ने मेरी एक कोलीग के बारे जी उसकी यंगेस्ट मैंबर ऑफ द लैजिस्लेचर ਉਹਦੇ ਬਾਰੇ बहुत ही सैक्सिस्ट कॉमेंट्स किए एक जूम मीटिंग ਜਿਹਦੇ ਵਿੱਚ ਤੁਹਾਡੇ ਲੀਡਰ ਵੀ ਸ਼ਾਮਿਲ टैक्सी वाले भरावां ਨੂੰ ਪ੍ਰੋਮਿਸ ਕੀਤਾ ਕਿ ਅਸੀਂ ਉਬਰ ਨਹੀਂ ਆਉਣ ਦਵਾਂਗੇ ਤੁਸੀਂ ਸਰਕਾਰ ਚ ਆਉਂਦੇ ਹੀ ਉਬਰ ਇੰਟਰੋਡਿਊਸ ਕਰਤੀ ਅੱਜ ਉਹਨਾਂ ਕੋਲ ਕੰਮ ਨਹੀਂ ਕਿਸੇ ਬੈਕਡੋਰ ਥਾਈ ਇਹਨਾਂ ਦੀ ਐਂਟਰੀ ਹੋਈ ਹੈ ਇਹ ਦੱਸਣ ਕਿ ਐਨਡੀਪੀ ਵਾਸਤੇ ਐਨਡੀਪੀ ਦੇ ਵਿਧਾਇਕ ਬਣਨ ਤੋਂ ਪਹਿਲਾਂ ਇਹਨਾਂ ਨੇ ਕੀ ਕੁਝ ਕੀਤਾ ਸੀ ਇੱਕ ਔਰਤ ਇੱਕ ਬੰਦੇ ਦੇ ਨਾਲ ਜੁੜੀ ਜਾਂਦੀ ਹੈ ਜਾਂ ਉਹਦੇ ਤੋਂ ਬੜੇ ਸਵਾਲ ਪੁੱਛੇ ਜਾਂਦੇ ਹੈ ਵਾਈ ਨਾਟ ਫॉर ਅ ਮੈਨ ਇੱਕ ਸਰੀਦ ਵਿੱਚ ਹਸਪਤਾਲ ਦੀ ਜਗ੍ਹਾ ਤੈਅ ਹੋ ਚੁੱਕੀ ਸੀ ਉਹ ਜਿਹੜੀ ਜਗ੍ਹਾ ਹੈ ਇਹਨਾਂ ਨਹੀਂ ਲਿਬਰਲਸ ਨੇ ਉਹ ਵੇਚ ਦਿੱਤੀ ਇਹਨਾਂ ਦੀ ਸਰਕਾਰ ਨੇ ਸਾਨੂੰ ਝੂਠ ਬੋਲਿਆ ਗੁੰਮਰਾਹ ਕਰਕੇ ਵੋਟਾਂ ਲੈ ਇਹਨਾਂ ਨੇ ਸਾਡੇ ਤੋਂ What's that your question, Dilbasto? Please don't interrupt, please. ਚੋਣਾਂ ਦੇ ਮੱਦੇਨਜ਼ਰ ਅੱਜ ਸਰੀ ਦੇ ਹਲਕਾ ਉਮੀਦਵਾਰਾਂ ਦੀ ਡਿਬੇਟ ਕਰਵਾਈ ਜਾ ਰਹੀ ਹੈ। ਮੰਚ ਦਾ ਸੰਚਾਲਨ ਦਵਿੰਦਰ ਸਿੰਘ ਪੈਨੀਪਾਲ ਅਤੇ ਮੈਂ ਅਰਸ਼ਦੀਪ ਬੱਟੂ ਕਰਨਗੇ। FYI मीडिया ग्रुप चैनल से प्रसारण होने वाली BC प्रोविंस चोणां 2020 बारे डिबेट दीआं कुछ शर्तां हन। उम्मीदवारां नूं 2 मिनट दी TVC नाल रूबरू करवाया जावेगा। मंच संचालकां दे वल्लों हरेक उम्मीदवार तो 3 सवाल पूछे जाणगे अते हर सवाल दा जवाब देण लई 2 मिनट दा समा होवेगा। इस तो बाद फेस ऑफ राउंड विच मौजूद उम्मीदवार एक दूजे तो एक सवाल पुछ सकदे ने जिस दा जवाब देण लई 2 मिनट दा समा होवेगा। संचालकां वल्लों एक कॉमन सवाल किया जाएगा जिसका जवाब देने लई हर उम्मीदवार नूं 1 मिनट का समा मिलेगा ते आखिर विच वोट अपील जां अपने वल्लों कुछ शब्द कहण लई 2 मिनट का समा हरेक उम्मीदवार नूं मिलेगा ते उत्तर देण लई समा उम्मीदवारां कोल जवाब देण लई हर राउंड विच ज़्यादा तो ज़्यादा 2 मिनट का वक्त होवेगा ਅਤੇ ਜਦੋਂ 15 ਸੈਕਿੰਡ ਰਹਿ ਜਾਣਗੇ ਤਾਂ ਅਲਰਟ ਬਜ਼ਰ ਵੱਜੇਗਾ ਅਤੇ ਉਸ ਤੋਂ ਬਾਅਦ ਨਿਰਧਾਰਿਤ ਸਮੇਂ ਤੇ ਫਾਈਨਲ ਬਜ਼ਰ ਵੱਜੇਗਾ। ਹਰ ਉਮੀਦਵਾਰ ਨੂੰ ਦਿੱਤੇ ਗਏ ਸਮੇਂ ਵਿੱਚ ਹੀ ਆਪਣਾ ਜਵਾਬ ਦੇਣਾ ਹੋਵੇਗਾ। ਸਮਾਂ ਪੂਰਾ ਹੋਣ ਤੇ ਮਾਈਕ ਆਪਣੇ ਆਪ ਬੰਦ ਹੋ ਜਾਵੇਗਾ। ਧਿਆਨ ਰੱਖਣ ਯੋਗ ਨਿਯਮ ਵੀ ਹਨ ਕਿ ਚਰਚਾ ਦੇ ਦੌਰਾਨ ਉਮੀਦਵਾਰ ਸਟੂਡੀਓ ਵਿੱਚ ਆਪਣੀ ਜਗ੍ਹਾ ਕਿਸੇ ਹੋਰ ਉਮੀਦਵਾਰ ਨੂੰ ਨਹੀਂ ਭੇਜ ਸਕਦਾ ਅਤੇ ਨਾ ਹੀ ਕੋਈ ਉਮੀਦਵਾਰ ਸਾਥੀ ਸਟੂਡੀਓ ਵਿੱਚ ਹੋ ਸਕਦਾ। डिबेट दौरान अपने मोबाइल फोन बंद रखने होंगे। नुमाइंदे डिबेट दौरान मंदी भाषा का इस्तेमाल नहीं कर सकते। इतराज योग शब्दावली जां माड़ा वतीरा करन ते माइक बंद कर दिते जाणगे। उम्मीदवार अंग्रेजी हिंदी जां पंजाबी विच गल कर सकते ने। FYI मीडिया कोल अपने हर चैनल ते इस डिबेट का सीधा जां रिकॉर्डेड प्रसारण करन दा हक है। एक बार फिर तो तुहाडा स्वागत है। डिबेट लैके असीं हाज़र हैं। पहला तुसीं देखी है सरी फलीटवुड हल्के दे उम्मीदवारां दी जो डिबेट ते हुण डिबेट हो रही है सरी ग्रीन टिंबर्स दे उम्मीदवारां दी। ਤੁਹਾਡਾ ਸਭਨਾਂ ਦਾ ਸਵਾਗਤ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਤੇ ਆਓ ਅੱਜ ਦੀ ਇਸ ਡਿਬੇਟ ਦਾ ਆਗਾਜ਼ ਕਰਦੇ ਹਾਂ ਸ਼ੁਰੂਆਤ ਕਰਦੇ ਹਾਂ ਤੇ ਸਭ ਤੋਂ ਪਹਿਲਾ ਸਵਾਲ ਐਨਡੀਪੀ ਤੋਂ ਉਮੀਦਵਾਰ ਨੇ ਰਚਨਾ ਸਿੰਘ ਤੁਹਾਡੇ ਵਾਸਤੇ ਸਵਾਲ ਇਹ ਹੈ ਕਿ ਪਿਛਲੀ ਟਰਮ ਦੇ ਵਿੱਚ ਤੁਸੀਂ 3 ਸਾਲ ਪੂਰੇ ਕੀਤੇ ਹੈ 3 ਸਾਲਾਂ ਦੇ ਵਿੱਚ ਉਹ ਕਿਹੜੇ ਕੰਮ ਰਹਿ ਗਏ ਜਿਹੜੇ ਦੁਬਾਰਾ ਤੁਸੀਂ ਫੇਰ ਚੋਣ ਮੈਦਾਨ ਵਿੱਚ ਨਿਤਰੇ ਹੋ ਤੇ ਇੱਕ ਤੁਹਾਡੇ ਬਾਬਤ ਬਹੁਤ ਵਾਰੀ ਸਾਡੇ ਕੋਲ ਦਰਸ਼ਕਾਂ ਦੇ ਸਵਾਲ ਆਉਂਦੇ ਆ ਕਿ ਇਹ ਕਿਸੇ ਬੈਕਡੋਰ ਥਾਈ ਇਹਨਾਂ ਦੀ ਐਂਟਰੀ ਹੋਈ ਹੈ ਇਹ ਦੱਸਣ ਕਿ ਐਨਡੀਪੀ ਵਾਸਤੇ ਐਨਡੀਪੀ ਦੇ ਵਿਧਾਇਕ ਬਣਨ ਤੋਂ ਪਹਿਲਾਂ ਇਹਨਾਂ ਨੇ ਕੀ ਕੁਝ ਕੀਤਾ ਸੀ ਯੂਨੀਅਨ ਮੈਂਬਰ ਹੋਣਾ ਵੱਖਰੀ ਗੱਲ ਪਰ ਐਨਡੀਪੀ ਦੇ ਬਹੁਤ ਸਾਰੇ ਲੋਕ ਜਿਹੜੇ 30 40 ਸਾਲ ਤੋਂ ਉਸ ਰਾਈਡਿੰਗ ਵਿੱਚ ਰਹਿੰਦੇ ਸੀ ਉਹਨਾਂ ਨੂੰ ਲਾਂਭੇ ਕਰਕੇ ਬੈਕਡੋਰ ਐਂਟਰੀ ਕਰਾ ਕੇ ਇਹਨਾਂ ਨੂੰ ਉਹ ਸੀਟ ਦੇ ਦਿੱਤੀ ਗਈ ਕੀ ਕਹੋ ਇੱਕ ਤਾਂ ਤੁਹਾਡਾ ਬਹੁਤ ਸ਼ੁਕਰੀਆ ਇਟਸ ਅ ਪਲੇਜ਼ਰ ਟੂ ਬੀ ਹੇਅਰ ਤੇ ਇਟ ਹੈਜ਼ ਬੀਨ ਐਨ ਆਨਰ ਕਿ ਮੈਂ 3 ਸਾਲਾਂ ਤੋਂ ਜਿਹੜੀ ਸਰੀ ਗ੍ਰੀਨ ਟਿੰਬਰਸ ਤੋਂ ਐਮਐਲਏ ਬਣ ਕੇ ਚੁਣੀ ਗਈ ਤੇ ਲੈਜਿਸਲੇਚਰ 'ਚ ਉਹਨਾਂ ਦੀ ਆਵਾਜ਼ ਬਣ ਕੇ ਉੱਭਰੀ ਇਫ ਯੂ ਲੁੱਕ ਐਟ ਮਾਈ ਹਿਸਟਰੀ ਮੈਂ 2001 ਵਿੱਚ ਇੱਥੇ ਆਈ ਮੈਂ ਇੱਕ ਐਲਕੋਹਲ ਐਂਡ ਡਰੱਗ ਕਾਉਂਸਲਰ ਸੀ ਹੈਵ ਡਨ ਮਾਸਟਰਸ ਇਨ ਸਾਈਕੋਲੋਜੀ शुरू तो ही बहुत ज़्यादा पोलिटिकल सी है गल मैं बहुत बार कह चुकी हैं एंड आई गॉट इन्वॉल्व विद NDP एज सून एज आई केम हियर आई बिकेम मेंबर ऑफ NDP इन 2001 एंड आई वॉज वर्किंग एट ग्रास रूट्स लेवल एंड आई थिंक इट वॉज माई बिग आई वॉज वेरी फॉर्चुनेट कि पार्टी ने मैनू इन्ने लायक समझा कि उन्होंने मैनू 2017 विच दे ऑफर्ड फॉर मी टू रन देयर वट एवर यू आर टॉकिंग अबाउट जी बैकडोर एंट्री हैगी है या नहीं हैगी है
I don't think I am the right person to comment on it because मेरा 3 साल ਦਾ ਜਿਹੜਾ ਪਿਛਲਾ ਜਿਹੜਾ ਕੰਮ ਹੈ ਉਹ ਮੇਰੇ ਬਾਰੇ ਮੈਂ ਉਹਦੇ ਬਾਰੇ ਜ਼ਿਆਦਾ ਚਰਚਾ ਕਰਨੀ ਚਾਹੂੰਗੀ ਕਿ ਲੋਕੀ ਬਹੁਤ ਜ਼ਿਆਦਾ ਇੱਕ ਔਰਤ ਜਦ ਨਿਤਰਦੀ ਹੈ ਉਹਦੇ ਤੇ ਅਟੈਕ ਬਹੁਤ ਹੁੰਦਾ ਹੈ। ਮੈਂ ਜਦ ਪਿਛਲੀ ਵਾਰ ਨਿਤਰ ਰਹੀ ਸੀਗੀ ਤੇ ਸੀਗੇ ਕਿ ਹੂ ਇਜ਼ ਰਚਨਾ ਸਿੰਘ, ਸ਼ੀ ਇਜ਼ ਅ ਬ੍ਰੌਡਕਾਸਟਰਸ ਵਾਈਫ। ਕੱਲ ਮੈਂ ਇੱਕ ਡਿਬੇਟ ਤੇ ਗਈ ਤੇ ਉਹ ਕਹਿੰਦੇ ਰਚਨਾ ਸਿੰਘ ਕੌਣ ਹੈ ਤਾਂ ਸੂ ਹੈਮਲ ਦੀ ਰਬੜ ਸਟੈਂਪ ਹੈਗੀ ਹੈ। Why I really want to ask you, why these questions for a woman candidate? Why not anybody ask a male candidate कि तेरी की qualification सीगी to enter into this arena? एक औरत एक बंदे दे नाल जुड़ी जाती है या उदे तो बड़े सवाल पूछे जाते हैं। Why not for a man? मैं सिर्फ concentrate करना चाहूंगी but I have done. I have worked on the affordability issues. I have worked to get better services for my people. बहुत ज़्यादा कमेटियां विच मैं रही हैगी और सब तो वध दा मैनूं माण जिहड़ा हैगा उस चीज़ दा कि मैं एक एवें दा मोशन उत्थे लैके आई कि जिहदे नाल कि तुसीं हैड कवरिंग्स तो बिना एड्रैस कर सकते हो टू मेक लेजिस्लेचर मोर इक्वल फॉर एवरीबडी। थैंक यू सो मच। ਬਿਲਕੁਲ ਦਲਰਾਜ ਜਟਵਾਲ, ਮੈਂ ਤੁਹਾਡੇ ਤੋਂ ਜਿਹੜਾ ਸਵਾਲ ਉਹ ਪੁੱਛਣਾ ਚਾਹਾਂਗੀ ਕਿ 2011 ਦੇ ਵਿੱਚ ਤੁਸੀਂ ਕੈਨੇਡਾ ਚ ਆਉਂਦੇ ਹੈਗੇ ਹੋ, ਸਰੀ ਦੇ ਵਿੱਚ ਆਉਂਦੇ ਹੈਗੇ ਹੋ ਤੇ ਉਸ ਤੋਂ ਬਾਅਦ ਹੁਣ ਪੋਲਿਟਿਕਸ ਦੇ ਵਿੱਚ ਜਾਣ ਦਾ ਫੈਸਲਾ ਕਰਦੇ ਹੋ। ਪਹਿਲਾਂ ਤਾਂ ਇਹ ਫੈਸਲਾ ਕਿਉਂ ਲਿਆ ਗਿਆ ਕਿ ਹੁਣ ਮੈਂ ਪੋਲਿਟਿਕਸ ਦੇ ਵਿੱਚ ਜਾਣਾ ਹੈ? ਇਜ਼ ਦ ਰਾਈਟ ਟਾਈਮ ਫॉर ਯੂ ਟੂ ਐਂਟਰ ਇਨ ਪੋਲਿਟਿਕਸ? ਤੇ ਨਾਲ ਸਰੀ ਗ੍ਰੀਨ ਟਿੰਬਰ ਦੇ ਵਿੱਚ ਅਜਿਹੇ ਕਿਹੜੇ ਕੰਮ ਨਹੀਂ ਹੋਏ ਸੀ ਜਿਨ੍ਹਾਂ ਨੂੰ ਤੁਸੀਂ ਕਰਨਾ ਚਾਹੁੰਦੇ ਹੋ? ਜੀ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਸਾਂਝਾ ਟੀਵੀ ਤੇ ਬਹੁਤ ਸ਼ੁਕਰਗੁਜ਼ਾਰ ਆ ਕਿ ਮੈਨੂੰ ਉਹਨਾਂ ਨੇ ਇੱਥੇ ਆਉਣ ਦਾ ਮੌਕਾ ਮਿਲਿਆ। ਤੇ ਮੈਂ 2011 ਵਿੱਚ ਕੈਨੇਡਾ ਆਇਆ ਤਾਂ ਮੈਂ TD ਬੈਂਕ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਜੋ ਕਿ ਇਸ ਹਲਕੇ ਦੇ ਕਲਾਇੰਟਸ ਨੂੰ ਕੇਟਰ ਕਰਦਾ ਸੀ। ਮੈਂ ਹਰ ਵਰਗ ਦੇ ਲੋਕਾਂ ਨਾਲ ਕੰਮ ਕੀਤਾ, ਚਾਹੇ ਉਹ ਸਟੂਡੈਂਟ ਹੋਣ, ਬਜ਼ੁਰਗ ਹੋਣ, ਸਰਵਿਸ ਵਾਲੇ ਲੋਕ ਹੋਣ, ਪ੍ਰੋਫੈਸ਼ਨਲਸ ਹੋਣ, ਟ੍ਰੇਡਸ ਪੀਪਲ ਹੋਣ, ਤੇ ਮੈਨੂੰ ਉਹਨਾਂ ਦੀ ਪ੍ਰੋਬਲਮ ਸਮਝਣ ਦਾ ਮੌਕਾ ਮਿਲਿਆ, ਉਹਨਾਂ ਦੇ ਅਸੀਂ ਹੱਲ ਕੱਢੇ, ਸੋਲੂਸ਼ਨ ਕੱਢੇ। ਉਸ ਤੋਂ ਬਾਅਦ ਜੀ ਮੈਂ BC ਦੀ ਪ੍ਰੋਵਿੰਸ਼ੀਅਲ ਟੀਮ ਲਈ ਕ੍ਰਿਕਟ ਖੇਲਿਆ ਹੈ ਤੇ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਦੱਸਦੇ ਹੋਏ ਕਿ ਮੈਂ ਕੈਨੇਡਾ ਦੀ ਟੀਮ ਲਈ ਵੀ ਕ੍ਰਿਕਟ ਖੇਲਿਆ, ਮੈਂ ਕੈਨੇਡਾ ਰਿਪਰੈਜ਼ੈਂਟ ਕੀਤਾ ਹੋਇਆ। ਉਸ ਤੋਂ ਬਾਅਦ ਜੀ ਮੈਂ ਘਰਾਂ ਦੇ ਕੰਮ ਕੀਤੇ, ਜਿਸ ਤਰ੍ਹਾਂ ਮੈਂ ਪੇਂਟਿੰਗ ਵੀ ਕੀਤੀ ਹੋਈ ਘਰਾਂ ਦੇ ਵਿੱਚ, ਮੈਂ ਪੇਂਟ ਜੌਬਸ ਕੀਤੀਆਂ, ਮੈਂ ਫਲੋਰਿੰਗ ਕੀਤੀ ਹੋਈ ਆ। ਹੁਣ ਮੇਰੀ ਇੱਕ ਆਪ ਦੀ ਟ੍ਰੇਡ ਕੰਪਨੀ ਆ, ਮੈਂ ਘਰ ਬਣਾਉਣਾ ਆ ਤੇ ਮੈਂ ਜਿੰਨੇ ਵੀ ਆਪਣੇ ਟ੍ਰੇਡਸ ਵਾਲੇ ਭਰਾ ਆ ਜਿਨ੍ਹਾਂ ਵੀ ਪ੍ਰੋਬਲਮਸ ਤੋਂ ਗੁਜ਼ਰ ਰਹੇ ਆ, ਮੈਂ ਸਭ ਨਾਲ ਗੱਲ ਕਰਦਾ ਆ, ਉਹਨਾਂ ਦੀ ਮੁਸ਼ਕਿਲਾਂ ਨੂੰ ਸਮਝਦਾ, ਅੰਡਰਸਟੈਂਡ ਕਰਦਾ ਆ। ਤੇ ਮੇਰੀ ਹੁਣ ਆਪ ਦੀ ਯੰਗ ਫੈਮਿਲੀ ਹੈ, ਮੇਰੀ 2 ਸਾਲ ਦੀ ਬੇਟੀ ਹੈ, 7 ਮਹੀਨੇ ਮੇਰਾ ਬੇਟਾ ਹੈ। ਤੇ ਮੈਨੂੰ ਲੱਗਦਾ ਕਿ ਜੇ ਸਾਨੂੰ ਅੱਜ ਤੋਂ ਹੀ ਇਸ ਅਰੀਨਾ ਦੇ ਵਿੱਚ ਕਦਮ ਚੁੱਕਣਾ ਪਏਗਾ ਕਿਉਂਕਿ ਜਿਹੜੀ ਸਾਡੀ ਪੋਲਿਟਿਕਸ ਆ ਬੜੀ ਸਟੀਰੀਓਟਾਈਪ ਹੋ ਗਈ ਆ। ਸਾਡੇ ਚੁਣੇ ਹੋਏ ਨੁਮਾਇੰਦੇ ਸਾਡੀ ਆਵਾਜ਼ ਅੱਗੇ ਲੈ ਕੇ ਨਹੀਂ ਜਾਂਦੇ। ਸਰੀ ਇੱਕ ਬਹੁਤ ਹੀ ਫਾਸਟ ਗਰੋਇੰਗ ਸਿਟੀ ਆ, ਬੜਾ ਫਾਸਟ ਗਰੋਇੰਗ ਸ਼ਹਿਰ ਆ, ਨਾਰਥ ਅਮਰੀਕਾ ਦੀ ਸਭ ਤੋਂ ਤੇਜ਼ੀ ਨਾਲ ਵੱਧਦਾ ਹੋਇਆ ਸ਼ਹਿਰ ਆ ਇਹ। ਅਸੀਂ ਇਕਨੋਮੀ ਨੂੰ ਇੰਨਾ ਕੰਟਰੀਬਿਊਟ ਕਰਦੇ ਆ ਪਰ ਸਾਡਾ ਹੱਕ ਨਹੀਂ ਮਿਲਦਾ। ਸਾਡੇ ਕੋਲ ਇੰਫਰਾਸਟ੍ਰਕਚਰ ਹੈ ਨਹੀਂਗਾ, ਡਿਵੈਲਪਮੈਂਟ ਹੈ ਨਹੀਂਗੀ। ਕਿੰਨੇ MLAs ਕਿੰਨੇ ਸਾਲਾਂ ਤੋਂ 4 ਟਰਮ ਜਾਂ 3 ਟਰਮ ਤੋਂ ਉਹ ਵਿਕਟੋਰੀਆ ਜਾਂਦੇ ਆ ਤੇ ਆਪਣੇ ਹਲਕੇ ਬਾਰੇ 5 ਜਾਂ 6 ਜਾਂ 7 ਮਿੰਟ ਗੱਲ ਕਰਦੇ ਆ। 6-7 ਮਿੰਟਾਂ 'ਚ ਆਪਾਂ ਚਾਹ ਨਹੀਂ ਬਣਾ ਸਕਦੇ ਤਾਂ ਬ੍ਰਿਜ, ਹਸਪੀਟਲ ਤਾਂ ਇੰਫਰਾਸਟ੍ਰਕਚਰ ਕਿੱਥੋਂ ਬਣਾਵਾਂਗੇ ਅਸੀਂ? ਇਹ ਸੋਚ ਕੇ, ਇਸ ਚੀਜ਼ ਨੂੰ ਮੁੱਦੇ ਅੱਗੇ ਰੱਖ ਕੇ ਆਪਣੀ ਯੂਥ ਨਾਲ ਗੱਲ ਕਰਕੇ ਅਸੀਂ ਮੂਹਰੇ ਆਏ ਹਾਂ ਤਾਂ ਕਿ ਅਸੀਂ ਯੂਥ ਨੂੰ ਇਨਕਰੇਜ ਕਰੀਏ ਕਿਉਂਕਿ ਅਸੀਂ ਅੱਜ ਤੋਂ ਜੇ ਕੰਮ ਸ਼ੁਰੂ ਕਰਾਂਗੇ ਉਹਦਾ ਰਿਜ਼ਲਟ ਕੱਲ੍ਹ ਆਏਗਾ। ਹਮੇਸ਼ਾ ਸੁਣਿਆ ਜਾਂਦਾ ਸੀ ਕਿ ਪੋਲਿਟਿਕਸ ਵਿੱਚ ਯੂਥ ਪਾਰਟ ਨਹੀਂ ਲੈਂਦਾ। ਇਸ ਕਰਕੇ ਹੁਣ ਅਸੀਂ ਮੂਹਰੇ ਆਏ ਹਾਂ, ਸਾਨੂੰ ਹੌਸਲਾ ਦਿਓ, ਅਸੀਂ ਅੱਗੇ ਆਈਏ, ਤੁਹਾਨੂੰ ਕੰਮ ਕਰਕੇ ਦਿਖਾਈਏ। ਜੇ ਮੈਂ ਅੱਗੇ ਅੱਜ ਆਉਣਾ ਆ ਤੇ ਸਾਡਾ ਯੂਥ ਸਾਡੇ ਨਾਲ ਜੁੜੇਗਾ ਤੇ ਬੈਟਰ ਆਈਡੀਆਜ਼ ਲੈ ਕੇ ਆਏਗਾ। ਜੀ ਥੈਂਕ ਯੂ ਜੀ। ਸੋ ਰਚਨਾ ਜੀ, ਮੇਰਾ ਕੁਐਸਚਨ ਤੁਹਾਡੇ ਤੋਂ ਹੈ ਕਿ ਹੁਣ ਅਸੀਂ ਜਦੋਂ ਪ੍ਰੋਵਿੰਸ਼ੀਅਲ ਇਲੈਕਸ਼ਨ ਦੀ ਗੱਲ ਕਰਦੇ ਆ ਤੇ ਇਹਦੇ ਵਿੱਚ ਮੁੱਦੇ ਜਿਹੜੇ ਨੇ ਉਹ ਸਿਟੀ ਦੇ, ਮਿਊਨਿਸਪਲ ਦੇ ਵੀ ਸਾਹਮਣੇ ਆ ਰਹੇ ਨੇ, ਚਾਹੇ ਉਹ ਸਕਾਈ ਟ੍ਰੇਨ ਨੂੰ ਲੈ ਕੇ ਹੈ ਤੇ ਸਭ ਤੋਂ ਭਖਦਾ ਮੁੱਦਾ ਹੈ RCMP ਤੇ ਸਰੀ ਪੁਲਿਸ ਨੂੰ ਲੈ ਕੇ। ਤੁਸੀਂ ਇਹਨਾਂ ਮਾਮਲਿਆਂ ਦੇ ਸ਼ਿਕਾਇਤਕਰਤਾ ਜਿਹੜੀ ਚੇਅਰ ਹੈਗੀ ਆ ਉਹਦੇ ਉੱਤੇ ਵੀ ਰਹੇ ਹੈਗੇ ਹੋ। ਹੁਣ ਇਹ ਮੁੱਦਾ ਜਿਹੜਾ ਬਹੁਤ ਵੱਡਾ ਬਣ ਗਿਆ ਕਿਉਂਕਿ ਅਸੀਂ ਆਏ ਦਿਨ ਦੇਖਦੇ ਹਾਂ ਕਿ ਸਰੀ ਦੇ ਵਿੱਚ ਵਾਰਦਾਤਾਂ ਹੁੰਦੀਆਂ ਨੇ, ਗੈਂਗ ਬਣ ਗਏ ਹੈਗੇ ਨੇ, ਹਿੰਸਾ ਬਹੁਤ ਹੁੰਦੀ ਹੈਗੀ ਆ। ਸੋ ਅਸੀਂ ਆਪਣੇ ਬੱਚਿਆਂ ਨੂੰ, ਅਸੀਂ ਨੌਜਵਾਨਾਂ ਨੂੰ ਸੇਫ ਰੱਖਣਾ ਚਾਹੁੰਦੇ ਹੈਗੇ ਆ। ਕਿਤੇ ਸਰੀ ਪੁਲਿਸ ਦੀ ਟ੍ਰਾਂਜੀਸ਼ਨ ਦੀ ਗੱਲ ਆਉਂਦੀ, RCMP ਤੋਂ ਸਰੀ ਪੁਲਿਸ ਦੀ, ਤੇ ਕਦੇ ਰੈਫਰੈਂਡਮ ਦੀ ਗੱਲ ਆਉਂਦੀ ਆ। ਤੁਹਾਡਾ ਨਜ਼ਰੀਆ ਕੀ ਹੈ ਇਸ ਮੁੱਦੇ ਨੂੰ ਲੈ ਕੇ? ਜੀ ਬਿਲਕੁਲ, ਤੁਸੀਂ ਬਹੁਤ ਇੱਕ ਜਾਇਜ਼ ਸਵਾਲ ਚੁੱਕਿਆ। ਜਿਹੜੀ ਸਾਡੇ ਬੱਚਿਆਂ ਦੀ ਸੁਰੱਖਿਆ, ਮੈਂ ਇੱਕ ਮਾਂ ਹੈਗੀ ਆ ਜਿਹਦੇ ਆਪਣੇ ਟੀਨੇਜਰ ਬੱਚੇ ਹੈਗੇ ਆ, ਆਈ ਐਮ ਵੈਰੀ ਕੰਸਰਨਡ ਅਬਾਊਟ ਦੈਟ। ਤੇ ਉਹਦੇ ਲਈ ਇੱਕ ਜਿਹੜੀ NDP ਸਰਕਾਰ ਦੀ ਜਿਹੜੀ ਵਚਨਬੱਧਤਾ ਰਹੀ ਹੈਗੀ ਹੈ, ਬੇਸ਼ੱਕ ਅਸੀਂ ਬਹੁਤ ਜ਼ਿਆਦਾ ਚਾਹੁੰਦੇ ਹਾਂ ਕਿ ਜਿਹੜੇ ਬੱਚੇ ਹੈ ਬਿਫੋਰ ਦੇ ਗੈਟ ਇਨਟੂ ਦ ਗੈਂਗ ਵਾਇਲੈਂਸ ਤੇ ਉਹਨਾਂ ਤੋਂ ਪ੍ਰੀਵੈਂਸ਼ਨ ਹੋਣੀ ਚਾਹੀਦੀ ਹੈ। ਤੇ ਅਸੀਂ ਜਿਹੜੇ ਪ੍ਰੋਗਰਾਮਸ ਹੈਗੇ ਆ, ਇਰੇਜ਼ ਵਰਗੇ ਜਾਂ ਰੈਪ ਅਰਾਊਂਡ ਪ੍ਰੋਗਰਾਮਸ, ਉਹਦੇ ਲਈ ਅਸੀਂ ਬਹੁਤ ਜ਼ਿਆਦਾ ਸਸਟੇਨੇਬਲ ਫੰਡਿੰਗ ਦਾ ਐਲਾਨ ਕੀਤਾ ਹੈਗਾ। ਪਲੱਸ ਵੀ ਆਰ ਇਨ ਟੱਚ ਵਿਦ ਦੀ ਜਿਹੜੀ ਪੁਲਿਸ ਜਿਹੜੀ ਸੇਵਾਵਾਂ ਜਿਹੜੀਆਂ ਵੀ ਹੈਗੀਆਂ ਉਹਨਾਂ ਨੂੰ ਅਸੀਂ ਆਈ ਹਿੱਟ ਵਰਗੀ ਜਿਹੜੀ ਉਹ ਸੇਵਾ ਕਰਦੇ ਹੈਗੇ ਆ ਜਾਂ ਜਿਹੜੀ ਉਹਨਾਂ ਦੇ ਗੈਂਗ ਟਾਸਕ ਫੋਰਸ ਹੈ ਉਹਨਾਂ ਨੂੰ ਵੀ ਅਸੀਂ ਹੋਰ ਜ਼ਿਆਦਾ ਸਟਰੈਂਥਨ ਕੀਤਾ ਹੈਗਾ।
ਬਾਕੀ ਜਿਹੜੀ ਤੁਸੀਂ ਪੁਲਿਸ ਟ੍ਰਾਂਜੀਸ਼ਨ ਦੀ ਗੱਲ ਕੀਤੀ ਹੈਗੀ ਹੈ ਵਿਚ ਇਜ਼ ਅ ਵੈਰੀ ਇੰਪੋਰਟੈਂਟ ਇਸ਼ੂ ਐਂਡ ਵੈਰੀ ਡਿਵੀਸਿਵ ਇਸ਼ੂ ਇਨ ਸਰੀ ਪੋਲਿਟਿਕਸ ਬਟ ਆਈ ਵੁੱਡ ਜਸਟ ਸੇ ਕਿ ਜਿਹੜੀ ਗੱਲ ਮੇਰੇ ਕੁਲੀਗਸ ਤੇ ਮੇਰੇ ਪ੍ਰੀਮੀਅਰ ਹੌਰਗਨ ਬਾਰ-ਬਾਰ ਕਹਿ ਚੁੱਕੇ ਹੈਗੇ ਹੈ ਜਿਹੜੀ ਇੱਕ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਕਿਵੇਂ ਦੀ ਹੋਣੀ ਚਾਹੀਦੀ ਹੈ ਜਾਂ ਪੁਲਿਸ ਕਿਵੇਂ ਦੀ ਹੋਏਗੀ that is a decision that a municipality takes. That is not a decision that your MLAs or your premier, we don't impose those decisions on people. ਤੇ ਅਸੀਂ ਉਹਦੇ ਲਈ ਅਸੀਂ ਬਿਲਕੁਲ ਵਚਨਬੱਧ ਰਹੇ ਹੈਗੇ ਹਾਂ there had been lot of like pressure on us to speak on it ਪਰ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਕਿ 2 ਸਾਲ ਪਹਿਲਾਂ ਜਿਹੜੀ ਇੱਕ ਮਿਊਨਿਸਪਲ ਇਲੈਕਸ਼ਨ ਹੋਈ ਸੀਗੀ ਉਹ ਐਸੀ ਮੈਂਡੇਟ ਤੇ ਲੈ ਕੇ ਉਹ ਜਿੱਤੇ ਹੈਗੇ ਜਿਹੜੀ ਹੁਣ ਮੌਜੂਦਾ ਮਿਊਨਿਸਪਲ ਸਰਕਾਰ ਹੈਗੀ ਹੈ ਐਂਡ ਆਈ ਥਿੰਕ ਕਿ ਜੇ ਉਹਨਾਂ ਦਾ ਡਿਸੀਜਨ ਹੈ ਟੂ ਟ੍ਰਾਂਜੀਸ਼ਨ ਫਰਮ ਆਰਸੀਐਮਪੀ ਟੂ ਸਰੀ ਵੀ ਰਿਸਪੈਕਟ ਦੈਟ ਡਿਸੀਜਨ ਪਰ ਸਾਡਾ ਜਿਹੜਾ ਕੰਮ ਹੈ ਜਿਹੜਾ ਅਸੀਂ ਹੈ ਕਿ ਸੇਫਟੀ ਨੂੰ ਅਸੀਂ ਬਹੁਤ ਜ਼ਿਆਦਾ ਸੀਰੀਅਸਲੀ ਲੈਂਦੇ ਹੈਗੇ ਹਾਂ ਕਿ ਉਹ ਸੇਫਟੀ ਕਿਤੇ ਵੀ ਕੰਪਰੋਮਾਈਜ਼ ਨਾ ਹੋਵੇ ਜਦ ਇਹ ਟ੍ਰਾਂਜੀਸ਼ਨ ਹੋ ਰਹੀ ਹੈ ਵੱਧ ਤੋਂ ਵੱਧ ਅੱਛੇ ਇੱਕ ਤਾਂ ਟ੍ਰਾਂਸਪੇਰੈਂਟ ਤਰੀਕੇ ਨਾਲ ਹੋਵੇ ਤੇ ਇਸ ਤਰੀਕੇ ਨਾਲ ਹੋਵੇ ਕਿ ਉਹ ਕੋਈ ਗੈਪ ਨਾ ਰਹਿ ਜਾਏ ਕਿ ਡਿਊਰਿੰਗ ਦ ਟ੍ਰਾਂਜੀਸ਼ਨ ਕਿ ਜਿਹੜੀ ਉਹ ਸੇਫਟੀ ਜਿਹੜੀ ਜਿਹਦੇ ਸਾਰੇ ਲੋਕੀ ਹੱਕਦਾਰ ਹੈ ਦ ਸਰੀ ਰੈਜ਼ੀਡੈਂਟਸ ਉਹ ਕਿਤੇ ਵਾਂਝੇ ਨਾ ਰਹਿ ਜਾਣ ਉਸ ਚੀਜ਼ ਤੋਂ ਸੋ ਵੀ ਆਵਰ ਮਿਨਿਸਟਰ ਆਫ ਜਿਹੜੇ ਸਾਡੇ ਮਿਨਿਸਟਰ ਸੀਗੇ ਪਬਲਿਕ ਸੇਫਟੀ ਦੇ ਮਾਈਕ ਫਾਨਵਰਡ ਹੀ ਵਾਸ ਇਨ ਕਨਸਟੈਂਟ ਟੱਚ ਉਹਨਾਂ ਦੀ ਮਿਨਿਸਟਰੀ ਪੂਰੇ ਇਨ ਟੱਚ ਸੀਗੀ ਟੂ ਹੈਲਪ ਦਿਸ ਟ੍ਰਾਂਜੀਸ਼ਨ ਮਿਸਟਰ ਅਟਵਾਲ ਅਗਲਾ ਸਵਾਲ ਤੁਹਾਡੇ ਵਾਸਤੇ ਹੈ ਤੁਸੀਂ ਦੱਸ ਰਹੇ ਸੀ ਤੁਸੀਂ ਬੈਂਕਰ ਰਹੇ ਹੋ ਤੁਸੀਂ ਟ੍ਰੇਡ ਦੇ ਵਿੱਚ ਕੰਮ ਕੀਤਾ ਤੇ ਹੁਣ ਤੁਸੀਂ ਬਿਲਡਰ ਦੇ ਤੌਰ ਤੇ ਕੰਮ ਕਰ ਰਹੇ ਹੋ ਅਫੋਰਡੇਬਿਲਟੀ ਇਸ ਵਕਤ ਬਹੁਤ ਵੱਡਾ ਇਸ਼ੂ ਹੈ ਬਹੁਤ ਸਾਰੇ ਤੁਹਾਡੀ ਇਸ ਕਨਸਟੀਟੂਐਂਸੀ ਦੇ ਵਿੱਚ ਲੋਕ ਰਹਿੰਦੇ ਆ ਜਿਹੜੇ ਸਿਰਫ ਰੈਂਟ ਤੇ ਰਹਿੰਦੇ ਆ ਰੈਂਟਰ ਦੇ ਵਾਸਤੇ ਕੀ ਕਰੋਗੇ ਜੀ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਕਿ ਸਾਨੂੰ ਲੋਕਾਂ ਦੀ ਮੁਸ਼ਕਲਾਂ ਦੇ ਬਾਰੇ ਪਤਾ ਹੈ ਅਸੀਂ ਰੋਜ਼ ਲੋਕਾਂ 'ਚ ਵਿਚਰ ਰਹੇ ਗੱਲ ਕਰ ਰਹੇ ਹਾਂ ਅਫੋਰਡੇਬਿਲਟੀ ਬਹੁਤ ਵੱਡਾ ਇਸ਼ੂ ਹੈ ਇਸ ਵੇਲੇ ਵੈਕੈਂਸੀਜ਼ ਘੱਟ ਗਈਆਂ ਰੈਂਟਰਸ ਵੱਧ ਗਏ ਆ ਮਹਿੰਗਾਈ ਵੱਧ ਗਈ ਆ ਮੌਜੂਦਾ ਸਰਕਾਰ ਜਿਹੜੀ ਐਨਡੀਪੀ ਸਰਕਾਰ ਆ 23 ਤਰ੍ਹਾਂ ਦੇ ਟੈਕਸ ਲਗਾਤੇ ਲੋਕਾਂ ਦੇ ਉੱਪਰ ਇਹਨਾਂ ਨੇ ਇੰਸ਼ੋਰੈਂਸਿਸ ਵਧੀਆਂ ਹੋਈਆਂ ਆ ਲੋਕਾਂ ਕੋਲ ਪੈਸੇ ਨਹੀਂ ਬਚ ਰਹੇ ਕੋਵਿਡ ਚੱਲ ਰਿਹਾ ਇਲੈਕਸ਼ਨ ਚੱਲ ਰਹੇ ਆ ਇਲੈਕਸ਼ਨਸ ਕਰਾਤੇ ਇਹਨਾਂ ਨੇ ਸੋ ਇਸ ਮਾਹੌਲ ਦੇ ਵਿੱਚ ਲੋਕੀ ਸਫਰ ਕਰ ਰਹੇ ਆ ਸੋ ਅਸੀਂ ਲੋਕਾਂ ਵਾਸਤੇ ਸੋਚਿਆ ਅਸੀਂ ਕੀ ਕਰਨਾ ਚਾਹੀਦਾ ਸਾਨੂੰ ਅਸੀਂ ਲੋਕਲ ਮਿਊਨਿਸਪੈਲਿਟੀ ਨਾਲ ਤੇ ਪ੍ਰਾਈਵੇਟ ਸੈਕਟਰ ਨਾਲ ਕੰਮ ਕਰਕੇ ਇਕੱਠੇ ਅਸੀਂ ਮੈਕਸਿਮਮ ਸਟਾਕ ਪ੍ਰੋਵਾਈਡ ਕਰਨਾ ਹੈ ਅਫੋਰਡੇਬਲ ਸਟਾਕ ਪ੍ਰੋਵਾਈਡ ਕਰਨਾ ਆ ਜਿਹਦੇ ਨਾਲ ਲੋਕਾਂ ਨੂੰ ਸਸਤੇ ਅਫੋਰਡੇਬਲ ਰਹਿਣ ਲਈ ਜਗ੍ਹਾ ਮਿਲੇ ਉਹਦੇ ਵਾਸਤੇ ਅਸੀਂ ਜਿਹੜੀ ਫੈਡਰਲ ਆਪਣੀ ਗਵਰਨਮੈਂਟ ਹੈਗੀ ਆ ਮੇਰੇ ਜਿਹੜੇ ਕਲੀਗਸ ਆ ਫੈਡਰਲ ਲੈਵਲ ਤੇ ਅਸੀਂ ਜਿਹੜਾ $40 ਬਿਲੀਅਨ ਉਹਨਾਂ ਨੇ BC ਨੂੰ ਪ੍ਰੋਮਿਸ ਕੀਤਾ ਆ ਉਹਦੇ ਨਾਲ ਅਸੀਂ ਵੱਧ ਤੋਂ ਵੱਧ ਫੰਡ ਲੈਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਸਾਡੀ ਅਫੋਰਡੇਬਿਲਿਟੀ ਵਧੇ ਤੇ ਦੂਸਰੀ ਗੱਲ ਅਸੀਂ PST ਇੰਟਰੋਡਿਊਸ ਕਰ ਰਹੇ ਹਾਂ ਰਾਈਟ ਅਵੇ ਅਸੀਂ ਸਰਕਾਰ ਬਣਾਉਣੇ ਆ ਜਿਹੜੀ ਕਿ ਪਹਿਲੇ ਸਾਲ 0% ਤੇ ਆ ਤਾਂ ਕਿ ਲੋਕੀ ਰਾਈਟ ਅਵੇ ਪੈਸੇ ਬਚਾਉਣੇ ਸ਼ੁਰੂ ਕਰ ਦੇਣ ਇਸ ਵੇਲੇ PST 7% ਤੇ ਤੇ ਬਹੁਤ ਚੀਜ਼ਾਂ ਤੇ ਲਾਗੂ ਹੁੰਦੀ ਆ ਜਿਸ ਤਰ੍ਹਾਂ ਅਸੀਂ ਸਰਕਾਰ ਚਾਹੁੰਦੇ ਆ ਤੁਹਾਡੇ ਸਪੋਰਟ ਤੇ ਕੰਫੀਡੈਂਸ ਨਾਲ ਅਸੀਂ ਰਾਈਟ ਵੇ ਇਹਨੂੰ 0% ਤੇ ਕਰਾਂਗੇ ਸਿਰਫ ਪਹਿਲੇ ਸਾਲ ਵਾਸਤੇ ਤਾਂ ਕਿ ਲੋਕਾਂ ਨੂੰ ਬ੍ਰੇਕ ਮਿਲੇ ਥੋੜੇ ਲੋਕੀ ਰਿਲੈਕਸ ਹੋਣ ਕਿਉਂਕਿ ਇੱਕ ਐਵਰੇਜ ਫੈਮਿਲੀ ਅਪ ਟੂ $1,700 ਬਚਾ ਸਕਦੀ ਹੈ ਇੱਕ ਸਾਲ ਦੇ ਵਿੱਚ ਤੇ ਜੋ ਨਵੀਂ ਘਰਾਂ ਦੀ ਕੰਸਟਰਕਸ਼ਨ ਆ ਉੱਤੇ ਅਸੀਂ ਅਪ ਟੂ $19,000 ਬਚਾ ਸਕਦੇ ਹਾਂ PST ਪਹਿਲੇ ਸਾਲ ਹੀ 0 ਕਰਨ ਤੇ ਸੈਕੰਡ ਈਅਰ ਅਸੀਂ PST 3% ਤੇ ਕਰ ਰਹੇ ਹਾਂ ਤਾਂ ਕਿ ਇਕਨੋਮੀ ਵੀ ਰਿਵਾਈਵ ਕਰੇ ਕਿਉਂਕਿ ਸਾਨੂੰ ਇਕਨੋਮੀ ਰਿਵਾਈਵ ਕਰਨੀ ਬੜੀ ਇੰਪੋਰਟੈਂਟ ਆ ਪਰ ਪਹਿਲਾਂ ਅਸੀਂ ਲੋਕਾਂ ਲਈ ਸੋਚ ਰਹੇ ਹਾਂ ਉਸ ਤੋਂ ਬਾਅਦ ਅਸੀਂ ਇਕਨੋਮੀ ਰਿਵਾਈਵ ਕਰਾਂਗੇ ਤੇ ਦੂਸਰੀ ਗੱਲ ਇਹ ਹੈ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਅਫੋਰਡੇਬਿਲਿਟੀ ਦੀ ਤੇ ਅਸੀਂ ਵੱਧ ਤੋਂ ਵੱਧ ਅਫੋਰਡੇਬਲ ਯੂਨਿਟਸ ਬਣਾਉਣ ਦੀ ਕੋਸ਼ਿਸ਼ ਕਰਾਂਗੇ ਲੋਕਲ ਮਿਊਨਿਸਪੈਲਿਟੀ ਤੇ ਪ੍ਰਾਈਵੇਟ ਸੈਕਟਰ ਨਾਲ ਜੀ ਥੈਂਕ ਯੂ ਰਚਨਾ ਸਿੰਘ ਜੀ ਅਗਲਾ ਸਵਾਲ ਤੁਹਾਡੇ ਵਾਸਤੇ ਹੈ ਸਰੀ ਨੂੰ ਹਸਪਤਾਲ ਅੱਜ ਦਾ ਨਹੀਂ ਤੁਸੀਂ ਵੀ ਵਾਰ-ਵਾਰ ਕਹਿੰਦੇ ਰਹੇ ਹੋ ਤੁਹਾਡੀ ਸਰਕਾਰ ਵੀ ਕਹਿੰਦੀ ਰਹੀ ਕਿ ਬਹੁਤ ਲੰਬੇ ਸਮੇਂ ਤੋਂ ਜ਼ਰੂਰਤ ਹੈ ਤੁਸੀਂ ਇਹ ਐਲਾਨ ਵੀ ਕਰ ਚੁੱਕੇ ਹੋ ਕਿ ਸਰੀ ਹਸਪਤਾਲ ਕਲੋਵਰਡੇਲ ਦੇ ਵਿੱਚ ਬਣਨਾ ਹੈ ਪਰ ਲੋਕ ਜਾਣਨਾ ਚਾਹੁੰਦੇ ਆ ਕਿ ਉਸ ਹਸਪਤਾਲ ਦੇ ਵਿੱਚ ਦਰਅਸਲ ਬੈੱਡ ਕਿੰਨੇ ਹੋਣਗੇ ਉਹ ਹਸਪਤਾਲ ਕਿਹੋ ਜਿਹਾ ਹੋਵੇਗਾ ਉਹਦੀ ਡਿਟੇਲਡ ਜਾਣਕਾਰੀ ਦੇਣ ਵਾਸਤੇ ਤੁਹਾਡੇ ਕੋਲੇ 2 ਮਿੰਟ ਦਾ ਸਮਾਂ ਸਿਰਫ ਇਹ ਤਾਂ ਪਤਾ ਲੋਕਾਂ ਨੂੰ ਕਿ ਹਸਪਤਾਲ ਬਣਾਉਣਾ ਤੁਸੀਂ ਵੀ ਵਾਅਦਾ ਕਰ ਰਹੇ ਹੋ ਲਿਬਰਲ ਵੀ ਵਾਅਦਾ ਕਰ ਰਹੀ ਹੈ ਉਹਦੇ ਬਾਰੇ ਦੱਸੋ ਜੀ ਬਿਲਕੁਲ ਹਸਪਤਾਲ ਇੱਕ ਨੀਡ ਹੈ ਔਰ ਬਿਲਕੁਲ ਇੱਕ ਉਹਨਾਂ ਦੀ ਆਈ ਥਿੰਕ ਇਟ ਇਜ਼ ਜਦ ਮੈਂ ਪਿਛਲੇ ਸਾਲ ਵੀ ਇਲੈਕਸ਼ਨ ਲੜ ਰਹੀ ਸੀਗੀ ਪਿਛਲੇ ਵਾਰੀ ਜਦ ਇਲੈਕਸ਼ਨ ਲੜਦੀ ਸੀਗੀ ਤੇ ਐਵਰੀ ਥਰਡ ਹਾਊਸ ਦੈਟ ਆਈ ਵਾਸ ਗੋਇੰਗ ਦੈਟ ਆਈ ਵਾਸ ਫੋਰਚੂਨੇਟ ਐਟ ਦੈਟ ਟਾਈਮ ਕਿ ਮੈਂ ਡੋਰ ਨੌਕ ਕਰ ਪਾ ਰਹੀ ਸੀਗੀ ਤਦ ਹੁਣ ਨਹੀਂ ਕਰ ਪਾ ਰਹੀ ਤੇ ਇਹ ਜਿਹੜਾ ਇੱਕ ਨੀਡ ਸੀਗੀ ਇਹ ਸਰੀ ਦਾ ਜਿਹੜਾ ਹਸਪਤਾਲ ਹੈ ਮੇਰੇ ਖਿਆਲ 'ਚ ਬਹੁਤ ਦੇਰ ਪਹਿਲਾਂ ਬਣ ਜਾਣਾ ਚਾਹੀਦਾ ਸੀ ਕਿਉਂਕਿ ਸਰੀ ਇਜ਼ ਦਾ ਫਾਸਟੈਸਟ ਗ੍ਰੋਇੰਗ ਕਮਿਊਨਿਟੀ ਪਰ ਅਸੀਂ ਜਾਣਦੇ ਹਾਂ ਜੇ ਅਸੀਂ ਥੋੜੀ ਜਿਹੀ ਹਿਸਟਰੀ ਦੇਖੀਏ ਆਈ ਨੋ ਦਿਲਰਾਜ ਡਜ਼ਨਟ ਲਾਈਕ ਟੂ ਟਾਕ ਅਬਾਊਟ ਹਿਸਟਰੀ ਬਟ ਇਫ ਯੂ ਸੀ ਦ 16 years ਆਫ ਨੈਗਲੈਕਟ ਆਫ BC ਲਿਬਰਲਸ ਇੱਕ ਸਰੀ ਵਿੱਚ ਹਸਪਤਾਲ ਦੀ ਜਗ੍ਹਾ ਤੈਅ ਹੋ ਚੁੱਕੀ ਸੀਗੀ ਉਹ ਜਿਹੜੀ ਜਗ੍ਹਾ ਹੈ ਇਹਨਾਂ ਨੇ ਲਿਬਰਲਸ ਨੇ ਉਹ ਵੇਚ ਦਿੱਤੀ ਨਹੀਂ ਤਾਂ ਅਦਰਵਾਈਜ਼ ਟਿਲ ਨਾਓ ਵੀ ਵੁੱਡ ਹੈਵ ਦੈਟ ਹਸਪੀਟਲ ਰਾਈਟ ਹੀਅਰ ਇਨ ਸਰੀ ਰੈਡੀ ਹੁੰਦਾ ਉਹ ਹਸਪੀਟਲ when we came we made the commitment ਅਸੀਂ concept plan ਬਿਲਕੁਲ ਤਿਆਰ ਕੀਤੀ ਉਹ ਅਨਾਉਂਸ ਕੀਤੀ ਫਿਰ ਉਹ ਫਾਈਨਲ ਹੋਈ ਫਿਰ ਅਸੀਂ
ਕਿਉਂਕਿ ਜ਼ਮੀਨ ਵੇਚ ਦਿੱਤੀ ਗਈ ਸੀਗੀ, ਜ਼ਮੀਨ ਅਕਵਾਇਰ ਕਰਨ ਦਾ ਵਿੱਚ ਟਾਈਮ ਲੱਗਿਆ, ਐਂਡ ਨਾਓ ਦ ਬਿਜ਼ਨਸ ਪਲਾਨ ਇਜ਼ ਗੋਇੰਗ ਔਨ. Lot of people were saying कि पहला तो hospital बनेगा ही नहीं. Now they are saying कि yes, we know that hospital is coming, but what kind of hospital it would be? It would be a full-fledged hospital, ਜਿਹਦੇ ਨਾਲ ਇੱਕ cancer unit ਵੀ attached ਹੈਗਾ, which is one of its kind in the region. Cancer, ਜਿਹੜੀ ਸਾਡੀ cancer recovery ਬਾਰੇ ਵੀ ਸਾਡੀ ਜਿਹੜੀ government ਦੀ commitment ਹੈ, that's in our platform. How many beds the hospital will have, that the business plan will decide, and that those are the experts, the healthcare professionals, researchers, they are working on those that business plan. मैं एक politician हैगी हाँ, एक सरी दी citizen हैगी हाँ, पर I don't think I have that kind of capability to tell those professionals that how many beds there should be. I think ਅਸੀਂ ਬਹੁਤ ਚੰਗੇ ਹੱਥਾਂ ਵਿੱਚ ਉਹ ਬਿਜ਼ਨਸ ਪਲਾਨ ਦਾ ਜਿਹੜਾ ਕੰਮ ਸੌਂਪਿਆ ਹੋਇਆ ਹੈ, ਫਰੇਜ਼ਰ ਹੈਲਥ ਅਥਾਰਟੀ ਇਜ਼ ਵਰਕਿੰਗ ਔਨ ਇਟ, ਔਰ ਮੇਰੀ ਪਾਰਟੀ ਦੀ ਇਹ ਸੋਚ ਹੈ ਕਿ ਵੀ ਬਿਲੀਵ ਇਨ ਸਾਇੰਸ, ਵੀ ਬਿਲੀਵ ਇਨ ਰਿਸਰਚ. ਅਸੀਂ ਹਰ ਕੁਝ, ਜੇ ਅਸੀਂ ਕੋਵਿਡ ਰਿਕਵਰੀ ਦੀ ਵੀ ਗੱਲ ਕੀਤੀ ਹੈ, ਰਿਸਰਚ ਬੇਸਡ ਕੀਤੀ ਹੈ. ਵਿਲ ਰਿਸਪੈਕਟ ਦ ਬਿਜ਼ਨਸ ਪਲਾਨ ਵਿਚ ਵੁੱਡ ਬੀ ਅਨਾਉਂਸਡ ਬਾਈ ਦਿਸੰਬਰ. ਬਿਲਕੁਲ. ਦਿਲਰਾਜ ਅਟਵਾਲ, ਮੇਰਾ ਤੁਹਾਡੇ ਤੋਂ ਸਵਾਲ ਇਹ ਹੈ ਕਿ ਹੁਣ ਜਦੋਂ ਅਸੀਂ ਚਾਈਲਡ ਕੇਅਰ ਦੀ ਗੱਲ ਕਰਦੇ ਹਾਂ ਤੇ ਇਹ ਵੀ ਸਾਨੂੰ ਅਫੋਰਡ ਕਰਨਾ, ਤੇ ਨਾਲ ਹੁਣ ਜੇ 2 ਜਣ ਘਰ ਦੇ ਵਿੱਚ ਹੈਗੇ ਤਾਂ ਤੁਸੀਂ ਵੀ ਇਸ ਨੂੰ ਸਮਝ ਸਕਦੇ ਹੋਗੇ, ਜੇ ਤੁਹਾਡੇ ਕੋਲੇ ਪੇਰੈਂਟ ਨਹੀਂ ਹੈਗੇ, ਤੁਸੀਂ ਬੱਚਿਆਂ ਨੂੰ ਕਿਤੇ ਨਹੀਂ ਕੇਅਰ ਦੇ ਲਈ ਛੱਡ ਰਹੇ, ਤਾਂ ਬਹੁਤ ਔਖਾ ਹੈਗਾ ਇਹ 2 ਜਣਿਆਂ ਦਾ ਕੰਮ ਤੇ ਜਾਣਾ. ਜੇ 2 ਜਣੇ ਕੰਮ ਤੇ ਨਹੀਂ ਜਾਂਦੇ ਤਾਂ ਅਸੀਂ ਅਫੋਰਡੇਬਿਲਟੀ ਦਾ ਜਿਹੜਾ ਮੁੱਦਾ ਹੈ ਉਹ ਅੱਗੇ ਲੈ ਕੇ ਆਉਂਦੇ ਹਾਂ ਕਿ ਅਸੀਂ ਅਫੋਰਡ ਨਹੀਂ ਕਰ ਪਾਉਂਦੇ ਹੈਗੇ. ਹੁਣ ਚਾਈਲਡ ਕੇਅਰ ਨੂੰ ਲੈ ਕੇ ਤੁਹਾਡੀਆਂ ਪਾਲਿਸੀਜ਼ ਕੀ ਹੈਗੀਆਂ ਨੇ, ਲਿਬਰਲ ਸਰਕਾਰ ਦੀਆਂ ਜਿਹੜੀਆਂ ਲਿਬਰਲ ਪਾਰਟੀ ਦੀਆਂ ਜਿਹੜੀਆਂ ਪਾਲਿਸੀਜ਼ ਹੈਗੀਆਂ ਨੇ ਉਹ ਕੀ ਹੈਗੀਆਂ ਨੇ, ਕਿਸ ਤਰ੍ਹਾਂ ਤੁਸੀਂ ਚਾਈਲਡ ਕੇਅਰ ਨੂੰ ਅਫੋਰਡੇਬਲ ਬਣਾਓਗੇ? ਜੀ ਬੜਾ ਵਧੀਆ ਕੁਐਸਚਨ ਹੈ ਤੁਹਾਡਾ. ਚਾਈਲਡ ਕੇਅਰ ਇੱਕ ਬੜੀ ਇੰਪੋਰਟੈਂਟ ਨੀਡ ਹੈ ਤੇ ਅਸੀਂ ਬਹੁਤ ਪ੍ਰੋਗਰਾਮ ਇੰਟਰੋਡਿਊਸ ਕਰ ਰਹੇ ਹਾਂ. ਜੇ ਚਾਈਲਡ ਕੇਅਰ ਨੂੰ ਸਪੋਰਟ ਮਿਲੇ, ਜਿਹੜੇ ਸਿੰਗਲ ਪੇਰੈਂਟਸ ਆ ਜਾਂ ਪੇਰੈਂਟ ਜਿਹੜੇ ਕੰਮਾਂ ਤੇ ਜਾ ਰਹੇ ਉਹਨਾਂ ਨੂੰ ਸਪੋਰਟ ਮਿਲੇ ਚਾਈਲਡ ਕੇਅਰ ਵਾਸਤੇ, ਤੇ ਅਸੀਂ $10 ਤੱਕ ਅਸੀਂ ਪਰ ਡੇ ਚਾਈਲਡ ਕੇਅਰ ਵਾਸਤੇ ਦੇਣਾ ਚਾਹੁੰਦੇ ਵੀ ਹਾਂ. ਸਰਕਾਰ ਬਣਾਉਂਦੇ ਅਸੀਂ ਹੋਰ ਵੀ ਰੂਲਸ ਇੰਪਲੀਮੈਂਟ ਕਰ ਰਹੇ ਹਾਂ ਇਹਦੇ ਵਿੱਚ. ਤੇ ਜਿਸ ਤਰ੍ਹਾਂ ਜੀ ਰਚਨਾ ਜੀ ਨੇ ਬੋਲਿਆ ਕਿ ਮੈਨੂੰ ਹਿਸਟਰੀ ਦੀ ਗੱਲ ਕਰਨਾ ਪਸੰਦ ਨਹੀਂ, ਪੁਰਾਣੀ ਗੱਲ ਨਹੀਂ ਸੁਣਨਾ ਚਾਹੁੰਦਾ, ਇਹ ਸਾਡੀ ਸੋਚ ਦਾ ਫਰਕ ਹੈ ਜੀ. ਅਸੀਂ ਅੱਗੇ ਵਧਣਾ ਚਾਹੁੰਦੇ ਹਾਂ, ਸਾਡੀ ਸਰਕਾਰ ਤਰੱਕੀ ਦੀ ਸਰਕਾਰ ਆ, ਅੱਗੇ ਵਧਣਾ ਚਾਹੁੰਦੀ ਆ. ਇਹ ਪੁਰਾਣੀ ਗੱਲਾਂ ਹੀ ਲੈ ਕੇ ਬੈਠੇ ਰਹਿੰਦੇ ਤਾਂ ਤਰੱਕੀ ਨਹੀਂ ਸੀ ਕਰ ਪਾਉਂਦੇ. ਤੇ ਜਿਹੜੀ ਇਹਨਾਂ ਦੇ ਹਸਪੀਟਲ ਦੀ ਗੱਲ ਕੀਤੀ ਕਿ ਵੀ ਇਹਨਾਂ ਨੇ 16 ਸਾਲ ਹਸਪੀਟਲ ਨਹੀਂ ਬਣਾਇਆ ਸੀ, ਆਹ ਨਹੀਂ ਕੀਤਾ ਸੀ, ਉਹ ਨਹੀਂ ਕੀਤਾ, ਜ਼ਮੀਨ ਵੇਚਤੀ. ਅਸੀਂ ਹਮੇਸ਼ਾ, ਮੈਂ ਹਰ ਪਲੇਟਫਾਰਮ ਦੀ ਗੱਲ ਕਰਦਾ, ਉਹ ਜ਼ਮੀਨ ਵੇਚਣ ਤੋਂ ਬਾਅਦ ਅਸੀਂ ਜਿਮ ਪੈਟੀਸ਼ਨ ਬਣਾਇਆ ਜਿਹੜਾ ਕਿ ਲੋਕਾਂ ਨੂੰ ਕੇਟਰ ਕਰਦਾ ਹੈ. ਅੱਜ ਅਸੀਂ ਸਰੀ ਮੈਮੋਰੀਅਲ ਦਾ ਐਮਰਜੈਂਸੀ ਵਾਰਡ ਠੀਕ ਕੀਤਾ, ਉਹਨੂੰ ਸਭ ਤੋਂ ਵੱਡਾ ਵਾਰਡ ਬਣਾਇਆ ਜੋ ਕਿ ਕੈਨੇਡਾ ਦਾ ਉਸ ਵੇਲੇ ਦਾ ਸਭ ਤੋਂ ਵੱਡਾ ਐਮਰਜੈਂਸੀ ਵਾਰਡ ਸੀਗਾ. ਤੇ ਸਾਨੂੰ ਫਖਰ ਹੋਣਾ ਚਾਹੀਦਾ ਇਸ ਗੱਲ ਤੇ ਕਿ ਅਸੀਂ ਉਸ ਸ਼ਹਿਰ ਨੂੰ ਬਿਲੋਂਗ ਕਰਦੇ ਹਾਂ ਜਿਹਦਾ ਸਭ ਤੋਂ ਵੱਡਾ ਵਾਰਡ ਸੀਗਾ. ਅੱਜ ਉਹ ਨੰਬਰ 2 ਤੇ ਕਿਉਂਕਿ ਮੌਂਟਰੀਅਲ ਦਾ ਆ. ਇਹਨਾਂ ਦੀ ਸਰਕਾਰ ਨੇ ਸਾਨੂੰ ਝੂਠ ਬੋਲਿਆ, ਗੁੰਮਰਾਹ ਕਰਕੇ ਵੋਟਾਂ ਲਿਆ ਇਹਨਾਂ ਨੇ ਸਾਡੇ ਤੋਂ ਕਿ ਵੀ ਅਸੀਂ ਪਲੀਜ਼ ਡੋਂਟ ਇੰਟਰਰਪਟ ਪਲੀਜ਼. ਇੱਕ ਵੀ ਗਰਾਊਂਡ ਸ਼ਵਲ ਨਹੀਂਗਾ 3 ਸਾਲਾਂ 'ਚ, ਕੋਈ ਇਹਨਾਂ ਦਾ ਪਲਾਨ ਨਹੀਂਗਾ, ਕੋਈ ਬਜਟ ਹੈ ਨਹੀਂਗਾ. BC ਦੇ ਵਿੱਚ ਕਈ ਹੋਰ ਹਸਪੀਟਲ ਅਨਾਉਂਸ ਹੋ ਚੁੱਕੇ ਆ, ਬਜਟ ਵੀ ਜਾ ਚੁੱਕੇ ਆ, ਪਰ ਸਾਨੂੰ ਅਜੇ ਤੱਕ ਹਸਪੀਟਲ ਨਹੀਂ ਮਿਲਿਆ ਗਿਆ. ਇਹਨਾਂ ਨੇ ਕਿਹਾ ਕਿ ਵੀ ਅਸੀਂ ਜ਼ਮੀਨ ਲੈ ਲਈ ਹੈ, ਜ਼ਮੀਨ ਅੱਜ ਵੀ KPU ਦੇ ਨਾਮ ਤੇ ਆ. ਤੇ ਤੁਸੀਂ ਪੁਰਾਣੀਆਂ ਗੱਲਾਂ ਨਾ ਕਰੋ, ਅਸੀਂ ਅੱਗੇ ਵਧੀਏ, ਫਿਊਚਰ ਵੱਲ ਵਧੀਏ ਤਾਂ ਕਿ ਸਾਡੇ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਬੈਟਰ ਕਰ ਸਕੀਏ. ਪੁਰਾਣੀ ਗੱਲਾਂ ਕਰਕੇ ਇਹ ਨਹੀਂ ਹੋਊਗਾ. ਅਸੀਂ ਅੱਜ ਤੋਂ ਕੰਮ ਕਰਾਂਗੇ ਤਾਂ ਗਾਂ ਫਿਊਚਰ ਬੈਟਰ ਹੋਊਗਾ. ਜੀ ਬਿਲਕੁਲ. 27 ਸੈਕਿੰਡ ਦਾ ਜਿਹੜਾ ਸਮਾਂ ਸੀ ਉਹ ਤੁਹਾਡਾ ਰਹਿੰਦਾ ਸੀਗਾ, ਪਰ ਤੁਸੀਂ ਫਿਨਿਸ਼ ਨਹੀਂ ਕੀਤਾ. ਪਰ ਹੁਣ ਅਸੀਂ ਅਗਲੇ ਰਾਉਂਡ ਦੇ ਵੱਲ ਵਧਦੇ ਹੈਗੇ ਹਾਂ. ਹੁਣ ਅਗਲਾ ਰਾਉਂਡ ਬਿਲਕੁਲ ਜੀ, ਅਗਲਾ ਰਾਉਂਡ ਫੇਸ ਆਫ ਰਾਉਂਡ ਹੈ. ਤੁਸੀਂ ਇੱਕ ਦੂਸਰੇ ਨੂੰ ਸਵਾਲ ਕਰ ਸਕਦੇ ਹੋ, ਪਰ ਇਹਦੇ ਵਿੱਚ ਇਹ ਬਹੁਤ ਲਾਜ਼ਮੀ ਹੈ ਕਿ ਇੱਕ ਦੂਸਰੇ ਨੂੰ ਸਵਾਲ ਪੁੱਛਿਆ ਜਿਹਨੇ ਉਹ ਦੁਬਾਰਾ ਉਸ ਦੇ ਵਿੱਚ ਇੰਟਰਰਪਟ ਨਹੀਂ ਕਰ ਸਕਦਾ. ਜੇ ਇੰਟਰਰਪਟ ਕਰੇਗਾ ਤਾਂ ਤੁਸੀਂ ਆਪਣਾ ਜਿਹੜਾ ਅਗਲਾ ਤੁਹਾਡੇ ਕੋਲੇ ਪ੍ਰਿਵਿਲੇਜ ਸੀ ਕਿ ਤੁਸੀਂ ਉਹਨਾਂ ਵੱਲੋਂ ਪੁੱਛੇ ਜਾਣ ਵਾਲੇ ਸਵਾਲ ਦਾ ਜਵਾਬ ਦੇ ਸਕਦੇ ਸੀ, ਉਹ ਤੁਹਾਡਾ ਖੁੱਸ ਜਾਣਾ ਹੈ. ਹੁਣ ਸਭ ਤੋਂ ਪਹਿਲਾਂ ਦਿਲਰਾਜ, ਤੁਸੀਂ ਰਚਨਾ ਸਿੰਘ ਨੂੰ ਸਵਾਲ ਪੁੱਛ ਸਕਦੇ ਹੋ. ਰਚਨਾ ਜੀ, ਮੇਰਾ ਸਵਾਲ ਬੜਾ ਸਿੰਪਲ ਹੈ. ਸਾਡੇ ਹਲਕੇ ਦੇ ਵਿੱਚ ਬਹੁਤ ਸਾਰੇ ਟੈਕਸੀ ਵਾਲੇ ਭਰਾ ਭੈਣ ਹੈਗੇ ਆ ਜਿਨ੍ਹਾਂ ਦਾ ਪਰਿਵਾਰ ਟੈਕਸੀ ਦੇ ਉੱਪਰ ਡਿਪੈਂਡੈਂਟ ਹੈ ਕਈ ਸਾਲਾਂ ਤੋਂ. ਤੁਹਾਡੀ ਸਰਕਾਰ ਨੇ, ਤੁਸੀਂ ਤੇ ਤੁਹਾਡੀ ਸਰਕਾਰ NDP ਨੇ ਟੈਕਸੀ ਵਾਲੇ ਭਰਾਵਾਂ ਨੂੰ ਪ੍ਰੋਮਿਸ ਕੀਤਾ ਕਿ ਅਸੀਂ ਉਬਰ ਨਹੀਂ ਆਉਣ ਦੇਵਾਂਗੇ. ਤੁਸੀਂ ਸਰਕਾਰ 'ਚ ਆਉਂਦੇ ਹੀ ਉਬਰ ਇੰਟਰੋਡਿਊਸ ਕਰਤੀ. ਅੱਜ ਉਹਨਾਂ ਕੋਲ ਕੰਮ ਨਹੀਂ ਗਏ, ਅੱਜ ਉਹ ਫਿਕਰ 'ਚ ਬੈਠੇ ਕਿ ਅਸੀਂ ਵੀ ਕੰਮ ਕਿੱਦਾਂ ਕਰਾਂਗੇ, ਪੈਸੇ ਕਿੱਦਾਂ ਕਮਾਵਾਂਗੇ, ਘਰਾਂ ਦੀ ਕਿਸ਼ਤਾਂ ਕਿੱਦਾਂ ਪੇ ਕਰਾਂਗੇ, ਬੱਚੇ ਕਿੱਦਾਂ ਪੜ੍ਹਾਵਾਂਗੇ. ਕ੍ਰਿਸਮਸ ਆ ਰਹੀ ਹੈ ਤੇ ਬਹੁਤ ਅੱਗੋਂ ਕੰਮ ਨਹੀਂ ਗਿਆ ਇਸ ਵੇਲੇ. ਤੁਸੀਂ 3.5 ਸਾਲਾਂ ਵਿੱਚ ਕੀ ਕੀਤਾ ਉਹਨਾਂ ਵਾਸਤੇ ਅੱਜ ਤੱਕ? ਜੀ ਬਿਲਕੁਲ, ਮੈਂ ਬਿਲਕੁਲ ਦੱਸਣਾ ਚਾਹੂੰਗੀ ਕਿ ਅਸੀਂ ਕੀ ਕੀਤਾ. ਜੀ ਅਸੀਂ ਸਾਡਾ ਪ੍ਰੋਮਿਸ ਇਹ ਸੀਗਾ ਕਿ ਅਸੀਂ ਇੱਕ ਫੇਅਰ ਲੈਵਲ ਪਲੇਇੰਗ ਫੀਲਡ ਲੈ ਕੇ ਆਵਾਂਗੇ ਵੈਨ ਦ ਰਾਈਡ ਸ਼ੇਅਰਿੰਗ ਕਮਸ. ਮੈਂ ਰਾਈਡ ਸ਼ੇਅਰਿੰਗ ਦੀ ਇੱਕ ਜਿਹੜੀ ਕਮੇਟੀ ਜਿਹੜੀ ਸੈੱਟ ਕੀਤੀ ਗਈ ਸੀਗੀ ਬਿਫੋਰ ਰਾਈਡ ਸ਼ੇਅਰਿੰਗ ਕੇਮ ਇਨਟੂ ਬੀਇੰਗ, ਆਈ ਵਾਸ ਆਨਰਡ ਟੂ ਬੀ ਪਾਰਟ ਆਫ ਦੈਟ ਕਮੇਟੀ. ਔਰ ਉਹਦੇ ਵਿੱਚ ਉਹ ਜਿਹੜੀ ਰੈਗੂਲੇਸ਼ਨਸ ਦੀ ਗੱਲ ਹੋ ਰਹੀ ਸੀ ਕਿ ਰਾਈਡ ਸ਼ੇਅਰਿੰਗ ਕਮਸ ਟੂ ਬ੍ਰਿਟਿਸ਼ ਕੋਲੰਬੀਆ, ਕਿਹੜੇ ਰੈਗੂਲੇਸ਼ਨਸ ਤੇ ਆਏ.
ਅਸੀਂ ਜਿਹੜਾ ਬ੍ਰਿਟਿਸ਼ ਕੋਲੰਬੀਆ ਵਿੱਚ ਜਿਹੜੀ ਰਾਈਡ ਸ਼ੇਅਰਿੰਗ ਹੈਜ਼ ਕਮ ਇਸ ਵਿਦ ਦ ਸਟ੍ਰਿਕਟੈਸਟ ਰੈਗੂਲੇਸ਼ਨਸ, ਜਿਹੜੇ ਕਿ ਤੁਹਾਡੇ ਜਿਹੜੇ ਤੁਸੀਂ ਉਸ ਕਮੇਟੀ ਦਾ ਹਿੱਸਾ ਨਹੀਂ ਸੀਗੇ ਪਰ ਤੁਸੀਂ ਪਤਾ ਕਰ ਸਕਦੇ ਹੋ ਕਿ ਜਿਹੜੇ ਤੁਹਾਡੇ ਦੋਸਤ ਜਿਹੜੇ ਉੱਤੇ ਬੈਠੇ ਸੀ ਲਿਬਰਲ ਵਾਲੇ, they wanted to bring the ride sharing without any regulations. They wanted the class 5 license for the ride sharing drivers, whereas we insisted for the class 4 license. ਉਹ ਬਿਲਕੁਲ ਨਹੀਂ ਚਾਹੁੰਦੇ ਸੀ, ਉਹ ਚਾਹੁੰਦੇ ਸੀਗੇ ਕਿ ਕੋਈ ਵੀ ਉਹਦੇ ਤੇ ਜਿਹੜੀ ਇੰਸ਼ੋਰੈਂਸ ਹੈਗੀ ਹੈ ਉਹਦੇ ਤੇ ਵੀ ਕੋਈ ਰੋਕ ਟੋਕ ਨਾ ਹੋਵੇ, ਲਿਫਟ ਉਬਰ ਆਵੇ ਤੇ ਬਿਲਕੁਲ ਵਿਦਆਊਟ ਰੈਸਟ੍ਰਿਕਸ਼ਨਸ ਆਏ। ਮੈਨੂੰ ਮਾਣ ਹੈ ਉਸ ਸਰਕਾਰ ਦਾ ਹੋਣ ਦਾ ਕਿ yes, we are bringing the new technology into British Columbia, but we are not leaving our taxi brothers behind. ਉਹਨਾਂ ਦੀ ਇੱਕ ਰੋਜ਼ੀ ਰੋਟੀ ਹੈ, ਅਸੀਂ ਉਹਦੇ ਤੇ ਬਿਲਕੁਲ ਅਸੀਂ ਚਾਹੁੰਦੇ ਹਾਂ ਕਿ that should be protected. Two industries should work together side by side. We have tried to ਜਿਹੜੀ ਉਹਨਾਂ ਦੀ ਲਾਈਸੈਂਸਿੰਗ ਫੀਸ ਸੀਗੀ ਟੈਕਸੀ ਇੰਡਸਟਰੀ ਦੀ, we have reduced that to half. We have brought their insurance at par with the ride sharing companies. We are looking at the fleet size. ਅਸੀਂ ਇਹਦੀ ਸਾਡੀ ਕਮਿਟਮੈਂਟ ਹੈਗੀ ਹੈ, ਅਸੀਂ ਟੈਕਸੀ ਵਾਲਿਆਂ ਜਿਹੜੀ ਟੈਕਸੀ ਕੰਪਨੀਆਂ ਹੈਗੇ ਉਹਨਾਂ ਨਾਲ ਅਸੀਂ ਕਨਸਟੈਂਟ ਇਨ ਟੱਚ ਹੈਗੇ ਆ। We are in communication. Once we have the data, we will be talking about the fleet size as well. These are the things we have done, Dilraj. What have your counterparts? What have the candidates, your members of legislature who were sitting in that committee? What were they doing? Were they protecting the rights of the taxi industry or not? ਜੀ ਮੈਂ ਇਹ ਕਹਿਣਾ ਚਾਹੂੰਗਾ ਜਿਹੜੀ ਟੈਕਸੀ ਵਾਲਿਆਂ ਦੀ ਕੈਪੀਟਲ ਕਈ ਮਿਲੀਅਨ ਡਾਲਰ ਦੇ ਵਿੱਚ ਸੀਗੀ, ਅੱਜ ਉਹ ਜ਼ੀਰੋ ਤੇ ਆ ਤੁਹਾਡੀ ਸਰਕਾਰ ਕਰਕੇ। ਕਈ ਮਿਲੀਅਨਸ ਦੀ ਕੈਪੀਟਲ ਸੀਗੀ, ਤੁਸੀਂ ਜ਼ੀਰੋ ਕਰਤੀ ਹੋ। ਦਿਲਰਾਜ, ਤੁਹਾਡੇ ਸਵਾਲ ਦਾ ਜਵਾਬ ਉਹਨਾਂ ਨੇ ਦਿੱਤਾ, ਤੁਸੀਂ ਕਾਊਂਟਰ ਕੁਐਸਚਨ ਉਹਨਾਂ ਨੂੰ ਨਹੀਂ ਕਰ ਸਕਦੇ ਤੇ ਅਗਲਾ ਸਵਾਲ ਹੁਣ ਰਚਨਾ ਸਿੰਘ ਉਹਨਾਂ ਨੇ ਤੁਹਾਨੂੰ ਕਰਨਾ। ਰਚਨਾ ਜੀ, ਵਾਰੀ ਤੁਹਾਡੀ ਹੈ। ਸ਼ੁਕਰੀਆ ਜੀ। ਦਿਲਰਾਜ, ਮੈਂ ਸਿਰਫ ਇਹ ਦੱਸਣਾ ਚਾਹੂੰਗੀ ਕਿ ਤੁਹਾਡੀ ਜਿਹੜੀ ਹੁਣ ਜੇ ਅਸੀਂ ਕੈਂਡੀਡੇਟਸ ਦੀ ਲਿਸਟ ਦੇਖੀ ਹੈ, ਸਰੀ ਵਿੱਚੋਂ ਤੁਹਾਡੇ ਜਿਹੜੇ ਕੈਂਡੀਡੇਟਸ ਹੈ 9 ਰਾਈਡਿੰਗਸ ਹੈ ਸਰੀ ਵਿੱਚ, ਸਿਰਫ ਇੱਕ ਔਰਤ ਕੈਂਡੀਡੇਟ ਹੈਗੀ ਹੈ। ਇਨ ਵੈਂਕੂਵਰ ਦੇयर इज नॉट इवन अ सिंगल वुमन कैंडिडेट। ਟੋਟਲ ਜੇ ਤੁਹਾਡੀ ਔਰਤਾਂ ਦੀ ਕੈਂਡੀਡੇਟਸ ਦੀ ਜੇ ਅਸੀਂ ਆંકੜਾ ਦੇਖੀਏ 27 ਹੈਗਾ, ਜਦਕਿ ਸਾਡੇ ਜੇ ਅਸੀਂ BCNDP ਦਾ ਦੇਖੀਏ ਅਸੀਂ 40 ਔਰਤਾਂ ਖੜੀਆਂ ਕੀਤੀਆਂ। one of your female candidates ਨੇ ਮੇਰੀ ਇੱਕ ਕੋਲੀਗ ਦੇ ਬਾਰੇ, ਜੀ ਉਸ ਦੀ ਯੰਗੈਸਟ ਮੈਂਬਰ ਆਫ ਦ ਲੈਜਿਸਲੇਚਰ, ਉਹਦੇ ਬਾਰੇ ਬਹੁਤ ਹੀ ਸੈਕਸਿਸਟ ਕਮੈਂਟਸ ਕੀਤੇ ਇੱਕ ਜ਼ੂਮ ਮੀਟਿੰਗ ਵਿੱਚ, ਜਿਹਦੇ ਵਿੱਚ ਤੁਹਾਡੇ ਲੀਡਰ ਵੀ ਸ਼ਾਮਲ ਸੀਗੇ। What do you have to say about your party take? ਮੈਨੂੰ ਜਿਵੇਂ ਦੀ I think the way they are coming across, it seems they don't respect women. What do you have to say about your own party? ਜੀ ਮੈਂ ਹਮੇਸ਼ਾ ਇਹ ਬੋਲਿਆ ਕਿ ਜਿਹੜੀ ਸਰੀ ਦੀ ਲੇਡੀਜ਼ ਆ, ਸਰੀ ਦੀ ਔਰਤਾਂ ਹੈ, ਮਾਵਾਂ ਹੈ, ਭੈਣਾਂ ਹੈ, ਉਹ ਬਹੁਤ ਹੀ ਸਟਰੋਂਗ ਲੇਡੀਜ਼ ਆ। ਉਹ ਟੈਕਸੀ ਚਲਾਉਂਦੀਆਂ, ਟਰੱਕ ਚਲਾਉਂਦੀਆਂ, ਇੰਨੇ ਕੰਮ ਕਰਦੀਆਂ। ਅਸੀਂ ਉਹਨਾਂ ਨੂੰ ਇਨਕਰੇਜ ਕਰਦੇ ਹਾਂ। ਤੁਸੀਂ ਹਮੇਸ਼ਾ ਕਹਿ ਕੇ ਜਿਹੜੀ ਸਾਡੀ ਸਰਕਾਰ ਸਮਾਲ ਬਿਜ਼ਨਸ ਪ੍ਰਮੋਟ ਕਰਦੀ ਆ। ਸਰੀ BC ਦੇ ਵਿੱਚ 98% ਸਮਾਲ ਬਿਜ਼ਨਸ ਓਨਰ ਆ ਜੀ, ਉਹਨਾਂ ਵਿੱਚੋਂ ਮੈਜੋਰਿਟੀ ਫੀਮੇਲਸ ਆ। ਅਸੀਂ ਉਹਨਾਂ ਨੂੰ ਸਪੋਰਟ ਕਰਦੇ ਹਾਂ, ਉਹਨਾਂ ਨੂੰ ਇੰਪਾਵਰ ਕਰਦੇ ਹਾਂ, ਅੱਗੇ ਲੈ ਕੇ ਆਉਂਦੇ ਹਾਂ। ਤੇ ਤੁਸੀਂ ਇਹ ਗੱਲਾਂ ਕਰਕੇ ਉਹਨਾਂ ਨੂੰ ਛੋਟਾ ਨਾ ਬਣਾਓ, ਤੁਸੀਂ ਉਹਨਾਂ ਨੂੰ ਟਾਰਗੇਟ ਨਾ ਕਰੋ। ਅਸੀਂ ਸੌਫਟ ਸਪੌਟ ਲੈ ਕੇ ਟਾਰਗੇਟ ਕਰ ਰਹੇ ਹਾਂ। ਮੈਂ ਹਰ ਪਲੇਟਫਾਰਮ ਤੇ ਹੀ ਕਹਿਣਾ ਆ ਕਿ ਮੇਰਾ ਸਲੂਟ ਆ ਉਹਨਾਂ ਲੇਡੀਜ਼ ਨੂੰ ਜਿਹੜੀਆਂ ਔਖੀ ਦੀ ਘੜੀ ਦੇ ਵਿੱਚ ਵੀ ਆਪਣੇ ਘਰਾਂ ਦੀ ਰੋਟੀ ਚਲਾਉਂਦੇ ਆ, ਬੱਚਿਆਂ ਨੂੰ ਸੰਭਾਲਦੇ ਆ, ਘਰਾਂ ਦੀ ਪੇਮੈਂਟਾਂ ਦਿੰਦੇ ਆ। ਸਰੀ ਵਿੱਚ ਕਿੰਨੀਆਂ ਸਾਡੀਆਂ ਭੈਣਾਂ ਆ ਜਿਹੜੀਆਂ ਟਰੱਕਾਂ ਤੇ ਬਹਿੰਦੀਆਂ ਆ, ਜਿਹੜੀ ਫਰੰਟ ਲਾਈਨ ਵਰਕਰ ਆ, ਜਿਹੜੇ ਸਾਡੀ ਭੈਣਾਂ ਨਰਸਾਂ ਆ, ਡਾਕਟਰਸ ਹੈਗੀਆਂ ਆ, ਫਰੰਟ ਲਾਈਨ ਵਰਕਰ ਆ ਉਹ। ਤੇ ਤੁਸੀਂ ਇਹ ਗੱਲਾਂ ਕਰਦੇ ਹੋ ਕਿ ਸਾਡੀ ਸਰਕਾਰ ਪ੍ਰਮੋਟ ਨਹੀਂ ਕਰਦੀ। ਸਾਡੀ ਸਰਕਾਰ ਹਮੇਸ਼ਾ ਤੋਂ ਸਮਾਲ ਬਿਜ਼ਨਸ ਨੂੰ ਅੱਗੇ ਲੈ ਕੇ ਆਉਂਦੀ ਆ। ਅਸੀਂ ਹਮੇਸ਼ਾ ਨੂੰ ਪ੍ਰਮੋਟ ਕੀਤਾ ਆ। ਜਿਸ ਤਰ੍ਹਾਂ ਮੈਂ ਹੁਣ ਪਹਿਲਾਂ ਵੀ ਦੱਸਿਆ, ਦੁਬਾਰਾ ਦੱਸ ਦਿੰਦਾ ਤਾਂ ਕਿ ਤੁਹਾਨੂੰ ਯਾਦ ਰਵੇ ਕਿ 98% BC ਦੇ ਵਿੱਚ ਸਮਾਲ ਬਿਜ਼ਨਸ ਆ, ਮੈਜੋਰਿਟੀ ਉਹ ਫੀਮੇਲ ਓਨ ਕਰਦੀਆਂ ਆ। ਅਸੀਂ ਜੇ ਬਿਜ਼ਨਸ ਨੂੰ ਇੰਪਾਵਰਮੈਂਟ ਕਰਦੇ ਆ, ਅਸੀਂ ਫੀਮੇਲ ਨੂੰ ਅੱਗੇ ਲੈ ਕੇ ਆ ਰਹੇ ਆ। ਸੋ ਤੁਸੀਂ ਆਹ ਸੌਫਟ ਟਾਰਗੇਟ ਬਣਾ ਕੇ ਫੀਮੇਲਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰੋ। ਅੱਜ ਸਾਡੀ ਜਿਹੜੀ ਸਰੀ ਦੀ ਆਵਾਮ ਆ ਉਹ ਬੜੀ ਸਮਝਦਾਰ ਆ, ਬੜੀ ਇੰਟੈਲੀਜੈਂਟ ਆ। ਉਹਨਾਂ ਨੂੰ ਪਤਾ ਕਿ ਤੁਸੀਂ ਕੀ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਕਿਉਂਕਿ ਸਰੀ ਦੇ ਵਿੱਚ ਲੇਡੀਜ਼ ਇੰਨਾ ਵੱਧ ਕੇ ਕੰਮ ਕਰਦੀਆਂ ਆ। ਤੁਸੀਂ ਲਾਗੇ ਫਾਇਰ ਸੈਂਟਰ ਉੱਥੇ ਚਲੇ ਜਾਓ, ਤੁਸੀਂ ਕਿਸੇ ਵੀ ਵੇਅਰ ਹਾਊਸ ਚਲੇ ਜਾਓ, ਕਿਸੇ ਵਾਲਮਾਰਟ ਚਲੇ ਜਾਓ, ਹਰ ਜਗ੍ਹਾ ਉਹ ਮੋਹਰੇ ਨੇ। ਅਸੀਂ ਸਮਾਲ ਬਿਜ਼ਨਸ ਪ੍ਰਮੋਟ ਕਰਦੇ ਤਾਂ ਕਿ ਹੋਰ ਜੌਬਸ ਕ੍ਰੀਏਟ ਹੋਣ, ਹੋਰ ਲੋਕਾਂ ਨੂੰ ਰੋਜ਼ਗਾਰ ਮਿਲੇ, ਕੰਮ ਮਿਲੇ। ਤੁਸੀਂ ਇਹ ਗੱਲਾਂ ਕਰਕੇ ਉਹਨਾਂ ਨੂੰ ਕਮਜ਼ੋਰ ਨਾ ਬਣਾਓ। ਮੈਂ ਹਮੇਸ਼ਾ ਤੁਹਾਨੂੰ ਸਮਝਾਉਣਾ, ਇਹ ਗੱਲ ਦੱਸਦਾ ਆ। ਪਲੀਜ਼ ਆਹ ਗੱਲ ਤੁਸੀਂ ਮੋਹਰੇ ਕੇ ਨਾ ਲੈ ਕੇ ਆਓ, ਕਿਉਂਕਿ ਸਾਡੀ ਲੇਡੀਜ਼ ਬਹੁਤ ਹੀ ਸਟਰੋਂਗ ਹੈ। ਥੈਂਕ ਯੂ ਸੋ ਮਚ। ਸੋ ਇੱਥੇ ਇਹ ਰਾਉਂਡ ਜਿਹੜਾ ਸਮਾਪਤ ਹੁੰਦਾ, ਅਗਲੇ ਰਾਉਂਡ ਵੱਲ ਵੱਧਦੇ ਹਾਂ। ਅਗਲਾ ਰਾਉਂਡ ਹੈਗਾ ਕਾਮਨ ਕੁਐਸਚਨ ਦਾ। ਉਹਦੇ ਲਈ ਤੁਹਾਨੂੰ ਦੋਨਾਂ ਨੂੰ 1-1 ਮਿੰਟ ਦਾ ਸਮਾਂ ਮਿਲੂਗਾ। ਸੋ ਕੁਐਸਚਨ ਇਹ ਹੈਗਾ ਕਿ ਜੇ, ਕਿਉਂਕਿ ਇੱਕ ਕੈਂਡੀਡੇਟ ਚੁਣਿਆ ਜਾਣਾ ਹੈਗਾ, ਜੇ ਤੁਸੀਂ MLA ਬਣਦੇ ਹੈਗੇ ਹੋ ਤਾਂ ਕਿਹੜੇ 5 ਕੰਮ ਹੋਣਗੇ ਜਿਹੜੇ ਪਹਿਲ ਦੇ ਆਧਾਰ ਤੇ ਤੁਸੀਂ ਕਰਨਾ ਚਾਹੁੰਦੇ ਹੋ? ਤੇ
ਤੁਸੀਂ ਆਪਣਾ ਜਿਹੜਾ ਜਵਾਬ ਅੱਗੇ ਰੱਖ ਸਕਦੇ ਹੋ ਰਚਨਾ ਜੀ। ਜੀ ਬਿਲਕੁਲ, ਅਸੀਂ ਜਿਹੜਾ ਕੰਮ ਕੰਟੀਨਿਊ ਜਿਹੜਾ ਸ਼ੁਰੂ ਕੀਤਾ ਹੈਗਾ ਪਿਛਲੇ 3 ਸਾਲਾਂ 'ਚ, ਵੀ ਵੁੱਡ ਲਾਈਕ ਟੂ ਕੰਟੀਨਿਊ ਦੈਟ। ਇਟ ਇਜ਼ ਅਬਾਊਟ ਦੀ ਅਫੋਰਡੇਬਿਲਿਟੀ, ਅਫੋਰਡੇਬਲ ਹਾਊਸਿੰਗ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਾ ਹੈ ਮੇਰੀ ਰਾਈਟਿੰਗ ਦੇ ਵਿੱਚ, ਜਿਹਦੇ ਕਰਕੇ ਅਸੀਂ ਸਪੈਕੂਲੇਸ਼ਨ ਟੈਕਸ ਦੀ ਇੰਟਰੋਡਕਸ਼ਨ ਕੀਤੀ ਸੀਗੀ, ਟੂ ਕ੍ਰੀਏਟ ਮੋਰ ਅਫੋਰਡੇਬਲ ਹਾਊਸਿੰਗ ਪ੍ਰੋਜੈਕਟਸ। ਲਾਈਕ ਵੀ ਹੈਵ ਬੀਨ ਏਬਲ ਟੂ ਕ੍ਰੀਏਟ 25,000 ਪ੍ਰੋਜੈਕਟਸ, ਪਰ ਹੋਰ ਕ੍ਰੀਏਟ ਕਰਨੇ, ਮੋਰ ਚਾਈਲਡ ਕੇਅਰ ਸਪੇਸਿਸ। ਅਸੀਂ ਸਾਡੀ ਕਮਿਟਮੈਂਟ ਹੈ ਚਾਈਲਡ ਕੇਅਰ ਲਈ। More schools. There were 18 projects that we announced last time, but we know with the growing density in Surrey, we need more schools, so continue in that. Or especially post-secondary education ਦੇ ਉੱਤੇ ਕਾਫੀ ਜ਼ਿਆਦਾ ਹੋਰ ਸੀਟਾਂ ਦਾ ਵਾਧਾ ਹੋਣਾ। SFU 'ਚ ਅਸੀਂ ਆਲਰੇਡੀ ਕਰ ਚੁੱਕੇ ਹਾਂ, ਮੈਡੀਕਲ ਸਕੂਲ ਦਾ ਵੀ ਐਲਾਨ ਹੋ ਚੁੱਕਿਆ ਹੈਗਾ, but also advocating for more seats, more tech seats and more seats in SFU or in KPU. And also I would like to work more on systemic racism, which is like living in such a diverse community, working on issues ਸਾਡੇ ਲੋਕਾਂ ਲਈ ਬਹੁਤ ਜ਼ਿਆਦਾ ਮਾਇਨੇ ਰੱਖਦੇ, so working on systemic racism as well. ਥੈਂਕ ਯੂ ਸੋ ਮਚ। ਦਿਲਰਾਜ ਜੀ ਤੁਹਾਡੇ ਕੌਨਫੀਡੈਂਸ ਨਾਲ ਸਾਡੀ ਸਰਕਾਰ ਬਣਦੀ ਆ, ਅਸੀਂ ਸਭ ਤੋਂ ਪਹਿਲਾਂ ਜੋ ਸਰੀ ਦਾ ਸਭ ਤੋਂ ਲੌਂਗ ਡੀ ਇਸ਼ੂ ਆ ਉਹਨੂੰ ਹਸਪੀਟਲ ਦਵਾਵਾਂਗੇ। ਅਸੀਂ 8 ਬਿਲੀਅਨ ਦਾ ਬਜਟ ਰੱਖਿਆ ਆ BC ਨੂੰ ਰੀਬਿਲਡ ਕਰਨ ਲਈ, ਜਿਹਦੇ ਵਿੱਚ ਸਾਡਾ ਹਸਪੀਟਲ ਸਭ ਤੋਂ ਪਹਿਲੀ ਪ੍ਰਾਇੋਰਟੀ ਤੇ ਆ, ਜੋ ਲੋਕਾਂ ਨੂੰ ਇੰਨੇ ਸਾਲਾਂ ਤੋਂ ਨਹੀਂ ਮਿਲਿਆ। ਦੂਸਰਾ ਅਫੋਰਡੇਬਿਲਿਟੀ ਦਾ ਇਸ਼ੂ ਆ, ਅਸੀਂ ਅਫੋਰਡੇਬਿਲਿਟੀ ਵਾਸਤੇ PST ਆਲਰੇਡੀ ਦੱਸ ਚੁੱਕੇ ਹਾਂ ਕਿ ਅਸੀਂ 0% ਰੱਖਾਂਗੇ ਪਹਿਲੇ ਸਾਲ, ਤਾਂ ਕਿ ਲੋਕੀ ਰਾਈਟ ਤੇ ਪੈਸੇ ਬਚਾਉਣਾ ਸ਼ੁਰੂ ਕਰਨ, ਤੇ ਸੈਕੰਡ ਈਅਰ ਤੋਂ 3% ਤੇ ਹੋਏਗੀ। ਤੀਸਰਾ ਇਸ਼ੂ ਹੈਗਾ ਮੈਸੀ ਟਨਲ ਦਾ, ਜੋ ਕਿ ਅਸੀਂ ਪਹਿਲਾਂ ਵੀ ਟਨਲ ਹਟਾ ਕੇ ਬ੍ਰਿਜ ਬਣਾ ਰਹੇ ਸੀਗੇ, ਤਰੱਕੀ ਵੱਲ ਵੱਧ ਰਹੇ ਸੀਗੇ, ਤੇ NDP ਸਰਕਾਰ ਨੇ ਆ ਕੇ ਸਾਨੂੰ ਉਹ ਬੰਦ ਕਰਵਾ ਦਿੱਤਾ। 9,000 ਲੋਕਾਂ ਦੀ ਰੋਜ਼ਗਾਰ ਖੋਹ ਲਈ ਇਹਨਾਂ ਨੇ। ਅਸੀਂ ਆਉਂਦੇ ਹੀ ਸਭ ਤੋਂ ਪਹਿਲਾਂ 10 ਲੇਨ ਦਾ ਉਹ ਹਾਈਵੇ ਬ੍ਰਿਜ ਬਣਾਵਾਂਗੇ। ਉਹ ਬ੍ਰਿਜ ਜਿਹੜਾ ਹੋਊਗਾ ਉਹ ਟੋਲ ਫ੍ਰੀ ਬ੍ਰਿਜ ਹੋਊਗਾ, ਕੋਈ ਟੋਲ ਨਹੀਂ ਲੱਗੂਗਾ ਉਹਦੇ ਉੱਪਰ। ਚੌਥੀ ਗੱਲ ਜੀ, ਅਸੀਂ ICBC ਨੂੰ ਕੰਪੀਟੀਸ਼ਨ ਦੇ ਰਹੇ ਹਾਂ, ਅਸੀਂ ਕੰਪੀਟੀਟਰਸ ਲੈ ਕੇ ਆ ਰਹੇ ICBC ਦੇ ਵਿੱਚ, ਤਾਂ ਕਿ ਜਿਹੜੀ ਅੱਜ 3,000 ਦੀ ਗੱਡੀ ਤੇ ਤੁਸੀਂ 5,000 ਦੀ ਇੰਸ਼ੋਰੈਂਸ ਭਰ ਰਹੇ ਹੋ, ਉਹਨਾਂ ਨੂੰ ਮੁਕਾਬਲਾ ਮਿਲੇ, ਤੁਹਾਨੂੰ ਬੈਟਰ ਰੇਟ ਮਿਲਣ। ਤੇ ਮੈਂ ਅਫੋਰਡੇਬਿਲਿਟੀ ਵੱਲ ਗੱਲ ਕੀਤੀ। ਉਸ ਤੋਂ ਬਾਅਦ ਜੀ ਅਸੀਂ ਕਮਿਊਨਿਟੀ ਸੇਫਟੀ ਲਈ ਪ੍ਰੋਗਰਾਮ ਇੰਟਰੋਡਿਊਸ ਕਰ ਰਹੇ ਹਾਂ, ਜਿਹਦਾ ਕਮਿਊਨਿਟੀ ਨੂੰ ਹੋਰ ਸੇਫਟੀ ਤੇ ਜੀ। ਥੈਂਕ ਯੂ। ਇਸ ਰਾਉਂਡ ਦੀ ਇੱਥੇ ਸਮਾਪਤੀ ਹੈ ਤੇ ਹੁਣ ਆਖਰੀ ਰਾਉਂਡ ਹੋਏਗਾ। ਤੁਸੀਂ ਆਪਣੇ ਵੋਟਰਾਂ ਨੂੰ ਅਪੀਲ ਕਰ ਸਕਦੇ ਹੋ ਇਸ ਕਲੋਜ਼ਿੰਗ ਪਿਚ ਦੇ ਵਿੱਚ। ਅਖੀਰ ਦੇ ਵਿੱਚ ਰਚਨਾ ਜੀ ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ, 2 ਮਿੰਟ ਦਾ ਟਾਈਮ ਫਰੇਮ ਹੈ, ਕੀ ਕਹਿਣਾ ਚਾਹੁੰਦੇ ਹੋ ਅਖੀਰ 'ਚ? ਜੀ ਬਿਲਕੁਲ, ਬਹੁਤ ਜ਼ਿਆਦਾ ਮੈਨੂੰ ਮਾਣ ਹੈਗਾ ਕਿ ਮੈਂ 3 ਸਾਲ ਸਰੀ ਗ੍ਰੀਨ ਟਿੰਬਰਸ ਦੇ ਰਿਪਰੈਜ਼ੈਂਟੇਟਿਵ ਬਣ ਕੇ ਗਈ, ਔਰ ਬਹੁਤ ਜ਼ਿਆਦਾ ਕਮੇਟੀਆਂ ਵਿੱਚ ਬੈਠਣ ਦਾ ਮੌਕਾ ਮਿਲਿਆ, ਜਿਹਦੇ ਵਿੱਚੋਂ ਇੱਕ ਪੁਲਿਸ ਕੰਪਲੇਂਟ ਪ੍ਰੋਸੈਸ ਦੀ ਤੁਸੀਂ ਗੱਲ ਕੀਤੀ ਹੈ, ਤੇ ਪਰ ਇੱਕ ਜਿਹੜੇ ਮੈਂ ਬਹੁਤ ਜ਼ਿਆਦਾ ਚੀਜ਼ ਜਿਹੜੀ ਮੈਨੂੰ which I have encountered is ਜਿਹੜੀ ਮੈਂ ਆਪਣੇ constituents ਤੋਂ ਸੁਣੀ ਤੇ ਉਹਦੇ ਲਈ ਐਡਵੋਕੇਟ ਕੀਤਾ। ਤੇ I would like to give one example ਕਿ ਇੱਕ ਮਾਂ ਜਿਹਦਾ ਇੱਕ ਆਟਿਸਟਿਕ ਬੱਚਾ ਸੀਗਾ, ਮੇਰੇ ਆਫਿਸ 'ਚ ਕਈ ਵਾਰ ਆਉਂਦੀ ਸੀਗੀ, ਤੇ ਉਹਨੂੰ ਬਹੁਤ ਜ਼ਿਆਦਾ ਚਿੰਤਾ ਸੀਗੀ ਕਿ ਕਿਵੇਂ ਆਟਿਜ਼ਮ ਲਈ ਸਾਡੇ ਕੋਲ ਇਨਫ ਰਿਸੋਰਸਿਸ ਨਹੀਂ ਹੈਗੇ। These are the things that don't come out very much, ਕਿਉਂਕਿ ਅਸੀਂ ਹਸਪੀਟਲਸ ਦੀ ਗੱਲ ਕਰਦੇ ਹਾਂ, ਅਸੀਂ ਸਕੂਲਾਂ ਦੀ ਗੱਲ ਕਰਦੇ ਹਾਂ, ਅਸੀਂ ਬ੍ਰਿਜਸ ਦੀ ਗੱਲ ਕਰਦੇ ਹਾਂ, but we don't ever talk about the issues that really matter to the parents and that is of the special needs kids. ਤੇ ਆਟਿਜ਼ਮ ਨੂੰ ਲੈ ਕੇ ਮੈਂ ਇੱਕ ਕਮੇਟੀ 'ਚ ਜਿਹੜਾ ਮੈਨੂੰ ਮਾਣ ਸੀਗਾ ਬੈਠਣ ਦਾ, ਉਹ ਸੀਗਾ ਚਿਲਡਰਨ ਐਂਡ ਯੂਥ ਕਮੇਟੀ ਵਿੱਚ, ਤੇ ਉਹਦੇ ਵਿੱਚ ਅਸੀਂ ਕਈ ਇਸ਼ੂਜ਼ ਦੇ ਉੱਤੇ ਅਸੀਂ ਚਰਚਾ ਕਰ ਸਕਦੇ ਸੀ, ਰਿਸਰਚ ਕਰ ਸਕਦੇ ਸੀਗੇ, ਪਰ ਜਸਟ ਬਿਕੋਜ਼ ਆਈ ਹਰਡ ਫਰਮ ਦੈਟ ਮਦਰ, ਦਿਸ ਇਸ਼ੂ ਵਾਜ਼ ਔਨ ਦ ਟੌਪ ਆਫ ਮਾਈ ਮਾਈਂਡ, ਆਈ ਮੇਡ ਸ਼ੋਰ ਦੈਟ ਵੀ ਡੂ ਮੋਰ ਰਿਸਰਚ ਔਨ ਆਟਿਜ਼ਮ ਦੇ ਉੱਤੇ ਕਿਵੇਂ ਪੇਰੈਂਟਸ ਅਫੈਕਟ ਹੋ ਰਹੇ ਥਰੂ ਆਊਟ BC। ਸੋ ਉਸ ਕਮੇਟੀ ਨੇ ਪੂਰੀ ਆਪਣੀ ਇੱਕ ਫੁੱਲ ਫਲੈਸ਼ ਰਿਸਰਚ ਕੀਤੀ, ਜਿਹਦੇ ਕਾਫੀ ਜ਼ਿਆਦਾ ਰਿਕਮੈਂਡੇਸ਼ਨਸ ਆਈਆਂ, ਜਿਹੜੀਆਂ ਅਸੀਂ ਪੇਸ਼ ਕਰ ਸਕੇ ਆਪਣੀ ਅੱਗੇ ਜਿਹੜੀ ਮਿਨਿਸਟਰੀ ਆਫ ਚਿਲਡਰਨ ਐਂਡ ਫੈਮਿਲੀ ਡਿਵੈਲਪਮੈਂਟ। These are some of the things that I feel very proud that we have been able to achieve. ਬਾਕੀ ਜਿਹੜਾ ਮੇਰੀ ਕਮਿਊਨਿਟੀ ਦੇ ਇਸ਼ੂਜ਼ ਹੈਗੇ ਹੈ, ਅਫੋਰਡੇਬਿਲਿਟੀ ਹੈਗਾ, ਹੈਲਥ ਕੇਅਰ ਨੀਡਸ ਹੈਗਾ, ਜਿਹਦੇ ਸਦਕਾ ਹੈਲਥ ਕੇਅਰ ਨੀਡਸ ਦਾ ਬਹੁਤ ਜ਼ਿਆਦਾ ਇਸ਼ੂ ਆ ਰਿਹਾ ਸੀ, ਜਿਹਨੂੰ ਸੁਣ ਕੇ ਐਡਵੋਕੇਟ ਕਰਕੇ ਅਸੀਂ 2 ਅਰਜੈਂਟ ਪ੍ਰਾਇਮਰੀ ਕੇਅਰ ਸੈਂਟਰ ਸਰੀ ਵਿੱਚ ਖੋਲੇ, ਐਂਡ ਦ ਨਿਊ ਹਸਪੀਟਲ ਇਜ਼ ਗੈਟਿੰਗ ਬਿਲਟ। ਬੱਚਿਆਂ ਦੀ ਐਜੂਕੇਸ਼ਨ ਨੂੰ ਲੈ ਕੇ ਲਾਈਕ ਆਈ ਹੈਵ ਬੀਨ ਲਾਈਕ ਅ ਸਟਰੋਂਗ ਐਡਵੋਕੇਟ ਫॉर ਦੀ ਐਜੂਕੇਸ਼ਨ, ਕ੍ਰੀਏਟਿੰਗ ਮੋਰ ਸਪੇਸਿਸ, 8,000 ਨਿਊ ਸਪੇਸਿਸ ਕ੍ਰੀਏਟ ਕੀਤੀਆਂ ਗਈਆਂ ਇਨ ਸਰੀ। And I just like the love that you gave to me. I'm so honored. Looking for the same support again. Thank you. Dilraj. ਸਰੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਦਿਲਰਾਜ ਅਠਵਾਲ, ਮੈਂ BC ਲਿਬਰਲ ਪਾਰਟੀ ਤੋਂ MLA ਉਮੀਦਵਾਰ ਸਰੀ ਗ੍ਰੀਨ ਟਿੰਬਰ ਹਲਕੇ ਤੋਂ। ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਆਪਣੇ ਵੋਟ ਦਾ ਸਹੀ ਇਸਤੇਮਾਲ ਕਰੋ। ਇਹ ਵੋਟ ਦਾ ਹੱਕ ਅਸੀਂ ਬਹੁਤ ਹੀ ਮਿਹਨਤ ਨਾਲ, ਬੜੀ ਜਹਿਦ ਨਾਲ, ਬੜੀ ਲੜਾਈਆਂ ਲੜ ਕੇ ਕਮਾਇਆ ਆ। ਇਹਨੂੰ ਖਰਾਬ ਨਾ ਜਾਣ ਦਿਓ, ਸੋਚ ਸਮਝ ਕੇ ਸਹੀ ਪਾਰਟੀ ਨੂੰ ਵੋਟ ਪਾਓ, ਸਹੀ ਕੈਂਡੀਡੇਟ ਨੂੰ ਵੋਟ ਪਾਓ। ਤੁਸੀਂ ਦਿਲਰਾਜ ਅਠਵਾਲ ਨੂੰ ਵੋਟ ਪਾਓ, BC ਲਿਬਰਲ ਪਾਰਟੀ ਨੂੰ ਵੋਟ ਪਾਓ, ਤਾਂ ਕਿ ਅਸੀਂ ਮੋਹਰੇ ਆਈਏ ਤੇ ਵਿਕਟੋਰੀਆ ਤੁਹਾਡੀ ਆਵਾਜ਼ ਬਣ ਕੇ ਇਸ ਹਲਕੇ ਦੀਆਂ ਪ੍ਰੋਬਲਮ ਨੂੰ ਸੋਲਵ ਕਰੀਏ, ਸਰੀ ਦੀ ਪ੍ਰੋਬਲਮ ਸੋਲਵ ਕਰੀਏ ਤੇ BC ਨੂੰ ਹੋਰ ਵਧੀਆ ਬਣਾਈਏ। ਜੋ ਕਿ ਸਾਡੇ ਪੁਰਾਣੇ MLAs
ਅੱਜ ਤੱਕ ਨਹੀਂ ਕਰ ਪਏ, ਉਹ ਆਪਣੀ ਆਵਾਜ਼ ਬੁਲੰਦ ਨਹੀਂ ਕਰ ਪਾਏ। ਅਸੀਂ ਚਾਹੁੰਦੇ ਕਿ ਹੁਣ ਯੂਥ ਮੋਰੇ ਆਇਆ ਆ, ਉਹਨੂੰ ਤੁਸੀਂ ਸਪੋਰਟ ਕਰੋ, ਆਪਣਾ ਕੌਨਫੀਡੈਂਸ ਸ਼ੋ ਕਰੋ। ਇੰਨੇ ਸਾਲਾਂ ਤੋਂ ਅਸੀਂ ਇੱਥੇ ਮਿਹਨਤ ਕਰ ਰਹੇ ਹਾਂ, ਇੰਨੀ ਜਨਰੇਸ਼ਨ ਤੋਂ ਕੰਮ ਕਰ ਰਹੇ ਹਾਂ ਇੱਥੇ। ਜੇ ਸਾਡਾ ਹੁਣ ਯੂਥ ਮੋਰੇ ਨਹੀਂ ਆਏਗਾ ਤਾਂ ਕੰਮ ਨਹੀਂ ਬਣੂਗਾ। ਹੁਣ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਯੂਥ ਨੂੰ ਪ੍ਰਮੋਟ ਕਰੋ, ਯੂਥ ਮੋਰੇ ਆਵੇ, ਆਪਣੀ એનર્ਜੀ ਲੈ ਕੇ ਆਵੇ, ਡਾਇਨਾਮਿਕ ਆਈਡੀਆਜ਼ ਲੈ ਕੇ ਆਵੇ, ਤਾਂ ਕਿ ਅਸੀਂ ਸੀਨੀਅਰ ਮੈਂਬਰਸ ਦੇ ਐਕਸਪੀਰੀਅੰਸ ਨਾਲ ਯੂਥ ਨਾਲ ਚੱਲੇ ਤੇ ਹੋਰ ਬੈਟਰ ਰਿਜ਼ਲਟਸ ਪੇਸ਼ ਕਰੀਏ। ਅਸੀਂ ਚਾਹੁੰਦੇ ਹਾਂ ਕਿ ਸਾਡਾ ਹਲਕਾ ਸਭ ਲਈ ਵਧੀਆ ਬਣੇ, ਇੱਥੇ ਕਮਿਊਨਿਟੀ 'ਚ ਪ੍ਰੋਸਪੈਰਿਟੀ ਹੋਵੇ, ਹੈਲਥ ਹੋਵੇ ਤੇ ਫਾਈਨੈਂਸ਼ੀਅਲ ਇਸ਼ੂ ਸਾਰੇ ਸੋਲਵ ਹੋਣ। ਤੇ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਆਪਣਾ ਵੋਟ ਖਰਾਬ ਨਹੀਂ ਕਰੋਗੇ, ਸੋਚ ਸਮਝ ਕੇ ਸਾਡੀ ਪਾਰਟੀ ਨੂੰ ਵੋਟ ਪਾਓਗੇ, ਮੈਨੂੰ ਅੱਗੇ ਲੈ ਕੇ ਜਾਓਗੇ ਤਾਂ ਕਿ ਮੈਂ ਤੁਹਾਡੀ ਆਵਾਜ਼ ਬਣਾ ਵਿਕਟੋਰੀਆ ਦੇ ਵਿੱਚ। ਥੈਂਕ ਯੂ। ਇਹ ਸਨ ਸਰੀ ਗ੍ਰੀਨ ਟਿੰਬਰਸ ਹਲਕਾ ਤੋਂ ਐਨਡੀਪੀ ਦੇ ਉਮੀਦਵਾਰ ਰਚਨਾ ਸਿੰਘ ਅਤੇ ਲਿਬਰਲ ਪਾਰਟੀ ਆਫ BC ਤੋਂ ਦਿਲਰਾਜ ਅਟਵਾਲ, ਜਿਨ੍ਹਾਂ ਨੇ ਤੁਹਾਡੇ ਨਾਲ ਸਾਂਝਾ ਕੀਤਾ ਪਲੇਟਫਾਰਮ ਕਿ ਜੇਕਰ ਅਸੀਂ ਚੁਣੇ ਜਾਂਦੇ ਹਾਂ ਤੇ ਕੀ ਕਰਾਂਗੇ ਤੇ ਹੁਣ ਤੱਕ ਬੀਤੇ ਵਿੱਚ ਕੀ ਕੁਝ ਕੀਤਾ। ਇਹ ਸੀ ਸਰੀ ਗ੍ਰੀਨ ਟਿੰਬਰਸ ਦੇ ਉਮੀਦਵਾਰ। ਇਸ ਬ੍ਰੇਕ ਤੋਂ ਬਾਅਦ ਕੁਝ ਹੋਰ ਇੱਕ ਨਵੀਂ ਕੰਸਟੀਚੁਐਂਸੀ ਦੇ ਉਮੀਦਵਾਰਾਂ ਦੇ ਨਾਲ ਇਹ ਗੱਲਬਾਤ ਜਾਰੀ ਰਹੇਗੀ। ਦੇਖਦੇ ਰਹੋ।